ਇਹੋ ਜਿਹੇ ਕਿਸਾਨ ਜਿਨ੍ਹਾਂ ਡਾਕਟਰ ਬਣੇ, ਜੇ ਇੱਕ ਆਮ ਕਿਸਾਨ ਦੇ ਪੁੱਤਰ ਸੀ ਤੇ ਇੱਕ ਡਾਕਟਰ ਬਣੇ, ਕਿੱਦਾਂ ਉਹਨਾਂ ਸੰਘਰਸ਼ ਕੀਤਾ। ਇਸ ਫਾਰਮ ਦਾ ਵਿਜ਼ਿਟ ਕਰਾਵਾਂਗੇ। ਉਸ ਤੋਂ ਬਾਅਦ ਬਹੁਤ ਸਾਰੀ ਵੀਡੀਓ ਆਉਣ ਵਾਲੀਆਂ ਨੇ ਇਹਨਾਂ ਨਾਲ। ਤੁਸੀਂ ਮੰਨਣਾ ਨਹੀਂ, ਜਿਵੇਂ ਸੀਰੀ ਜਾਂਦੇ ਆ ਨਾ, ਹੁਣ ਮੇਰੇ ਕੋਲੇ ਮੈਂ ਸੀਰੀ ਵਾਲਾ ਕੰਮ ਵੀ ਕੀਤਾ। ਪਿੰਡ ਦੇ ਵਿੱਚੋਂ ਜਿਹੜਾ ਪਿੰਡ ਵੀ ਉਹਨਾਂ ਦਿਨਾਂ 'ਚ ਬਿਜਲੀ ਤਾਂ ਹੁੰਦੀ ਨਹੀਂ ਸੀ। ਅੱਛਾ ਜੀ। 1968 ਸਾਡੇ ਪਿੰਡ ਬਿਜਲੀ ਆਈ ਸੀ, ਬੜਾ ਉਦੋਂ ਖੁਸ਼ੀ ਹੋਈ ਜਦੋਂ ਆਈ। ਕਿਉਂਕਿ ਝਾਂਸੀ ਆ ਐਗਰੋ ਫੋਰੈਸਟਰੀ ਜਿੰਨੇ ਇੱਥੇ ਟਰੀ ਲੱਗੇ ਆ, ਇਹ ਮੈਂ ਐਗਰੋ ਫੋਰੈਸਟਰੀ ਦਾ ਉੱਥੇ ਮੈਨੂੰ ਪ੍ਰਿੰਸੀਪਲ ਸਾਇੰਟਿਸਟ, ਫਿਰ ਹੈਡ ਆਫ ਦੀ ਡਿਪਾਰਟਮੈਂਟ ਹੋ ਗਿਆ ਮੈਂ। ਉਦੋਂ ਬਾਅਦ ਫਿਰ ਮੇਰੀ ਸਿਲੈਕਸ਼ਨ ADG ਹੋ ਗਈ, ਅਸਿਸਟੈਂਟ ਡਾਇਰੈਕਟਰ ਜਨਰਲ ICR 'ਚ। ਫਿਰ ਮੈਂ ਉੱਥੋਂ ਡਾਇਰੈਕਟਰ ਆ ਗਿਆ CSSRE ਕਰਨਾਲ ਦਾ। ਫਿਰ ਭਾਰਤ ਸਰਕਾਰ ਨੇ ਮੈਨੂੰ ਕਮਿਸ਼ਨਰ ਐਗਰੀਕਲਚਰ ਸਾਰੇ ਦੇਸ਼ ਦੀ ਖੇਤੀ ਦੇ ਲਈ ਲਾਤਾ। ਫਿਰ ਮੈਨੂੰ ਗਵਰਨਮੈਂਟ ਨੇ ਚੇਅਰਮੈਨ ਲਾਤਾ। 7 ਤੋਂ 8 8.5 ਕਿਲੋਮੀਟਰ ਆ। ਮੈਂ ਬਹੁਤ ਵਾਰੀ ਪੈਦਲ ਜਾਂਦਾ ਸੀ ਮਸਤੂਆਣਾ ਸਾਹਿਬ ਪੜ੍ਹਨ। ਜਦੋਂ ਮੇਰੇ ਫਾਦਰ ਸਾਹਿਬ ਨੇ, ਮੈਨੂੰ ਯਾਦ ਹੈ ਸ਼ਾਇਦ ਮੈਂ 9ਵੀਂ ਸੀਗਾ, ਸਾਈਕਲ ਲੈ ਕੇ ਦਿੱਤਾ ਨਵਾਂ। ਮੈਂ ਬਰਨਾਲੇ ਤੋਂ ਆਪਣੇ ਪਿੰਡ ਤੱਕ ਉਹਨੂੰ ਚਲਾ ਕੇ ਲਿਆ। ਮੈਨੂੰ ਮੇਰਾ ਖਿਆਲ ਹੈ ਦੁਨੀਆ ਦੀ ਇਹ ਖੁਸ਼ੀ ਸੀ ਵੀ ਉਹ ਜਹਾਜ਼ ਮਿਲ ਗਿਆ ਹੁੰਦਾ, ਕਿਉਂਕਿ ਸਾਡੇ ਪਿੰਡ ਦੇ ਵਿੱਚ ਹੀ। ਦੋਸਤੋ ਸਤਿ ਸ਼੍ਰੀ ਅਕਾਲ। ਅੱਜ ਤੁਹਾਡਾ ਸਵਾਗਤ ਕਰਦੇ ਹਾਂ GS ਫਾਰਮ 'ਤੇ। ਆਪਾਂ ਇੱਕ ਸ਼ੁਰੂਆਤ ਕੀਤੀ ਹੈ ਕਿ ਕਿਸਾਨਾਂ ਤੱਕ ਸਹੀ ਤੇ ਚੰਗੀ ਜਾਣਕਾਰੀ ਲੈ ਕੇ ਆਉਣ ਦੀ ਕੋਸ਼ਿਸ਼ ਹੈ ਇਸ ਪੇਜ ਤੋਂ, ਕਿਉਂਕਿ ਦੇਖਿਆ ਕਿ ਅੱਜ ਕਿਸਾਨ ਬੜਾ ਹੀ ਸਟਰਗਲ ਕਰ ਰਿਹਾ ਹੈ, ਪਰ ਉੱਥੇ ਹੀ ਬਹੁਤ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਬਾਰੇ ਤੁਸੀਂ ਨਹੀਂ ਜਾਣਦੇ, ਜਿਨ੍ਹਾਂ 'ਚ ਇੱਕ ਇਹੋ ਜਿਹਾ ਫਾਰਮ ਹੈ GS ਫਾਰਮ ਕਰਨਾਲ ਦੇ ਵਿੱਚ। ਡਾਕਟਰ ਗੁਰਬਚਨ ਸਿੰਘ ਜੀ ਜੋ ਐਗਰੀਕਲਚਰ ਸਾਇੰਟਿਸਟ ਨੇ, ਔਰ ਪਹਿਲਾਂ ਬੜੇ ਵੱਡੇ ਡਿਪਾਰਟਮੈਂਟਾਂ 'ਚ ਐਗਰੀਕਲਚਰ ਦੇ ਵਿੱਚ ਕੰਮ ਕਰ ਚੁੱਕੇ ਨੇ, ਰਿਸਰਚ ਕਰ ਚੁੱਕੇ ਨੇ। ਤੇ ਪਰ ਰਿਟਾਇਰ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਸਮਾਪਤ ਨਹੀਂ ਹੋਇਆ ਕਿਸਾਨੀ ਦੇ ਵਿੱਚ, ਆਮ ਕਿਸਾਨਾਂ ਦੇ ਵਿੱਚ ਰਹਿ ਕੇ। ਕਿਉਂਕਿ ਦੇਖਿਆ ਤੁਸੀਂ ਵੱਡੇ ਵੱਡੇ ਸਾਇੰਟਿਸਟ ਆਪਣੇ ਅਮਰੀਕਾ ਜਾਂ ਕੈਨੇਡਾ ਦੇ ਸ਼ਿਫਟ ਹੋ ਜਾਂਦੇ ਨੇ, ਕਿਉਂਕਿ ਜਦੋਂ ਰਿਟਾਇਰਮੈਂਟ ਹੋ ਜਾਂਦੀ ਉਹਨਾਂ ਕੋਲ ਪੈਸਾ ਹੁੰਦਾ, ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਲਈ ਕਿਤੇ ਹੋਰ ਸ਼ਿਫਟ ਹੋ ਜਾਂਦੇ ਨੇ, ਜਾਂ ਆਪਣੇ ਘਰਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਆ ਆਪਣੇ ਪਰਿਵਾਰ ਨਾਲ। ਪਰ ਇਹ ਇਹੋ ਜਿਹੇ ਕਿਸਾਨ ਜਿਨ੍ਹਾਂ ਡਾਕਟਰ ਬਣੇ, ਜੇ ਇੱਕ ਆਮ ਕਿਸਾਨ ਦੇ ਪੁੱਤਰ ਸੀ ਤੇ ਇੱਕ ਡਾਕਟਰ ਬਣੇ, ਕਿੱਦਾਂ ਉਹਨਾਂ ਸੰਘਰਸ਼ ਕੀਤਾ, ਪੰਜਾਬ ਦੇ ਵਿੱਚੋਂ ਉੱਠ ਕੇ ਆ ਕੇ ਪੜ੍ਹਾਈ ਕਰਕੇ, ਔਰ ਜਿਹੜੇ ਡਿਪਾਰਟਮੈਂਟਾਂ 'ਚ ਕੰਮ ਕੀਤਾ, ਲੋਕਾਂ ਵਾਸਤੇ ਕੰਮ ਕੀਤਾ, ਕਿਸਾਨਾਂ ਵਾਸਤੇ ਕੰਮ ਕੀਤਾ। ਅੱਜ ਆਪਾਂ ਤੁਹਾਡੇ ਨਾਲ ਪਹਿਲਾਂ GS ਫਾਰਮ ਦਾ ਵਿਜ਼ਿਟ ਕਰਾਵਾਂਗੇ। ਉਸ ਤੋਂ ਬਾਅਦ ਬਹੁਤ ਸਾਰੀ ਵੀਡੀਓ ਆਉਣ ਵਾਲੀਆਂ ਨੇ ਇਹਨਾਂ ਨਾਲ, ਜਿਹੜੇ ਕਿ ਆਪਾਂ ਕਿਸਾਨਾਂ ਲਈ ਕਰਾਂਗੇ, ਐਪੀਸੋਡਸ ਬਣਾਵਾਂਗੇ। ਪਹਿਲਾ ਐਪੀਸੋਡ ਇਹਨਾਂ ਦੀ ਰਿਸਰਚ ਕਰਨ ਦਾ ਔਰ ਇਹਨਾਂ ਦੇ ਫਾਰਮ ਦਿਖਾਉਣ ਦਾ ਪਹਿਲਾਂ ਆਪਾਂ ਇੱਕ ਐਪੀਸੋਡ ਕਰ ਰਹੇ ਹਾਂ। 1 ਬਾਏ 1 ਐਪੀਸੋਡ ਆਉਣਗੇ। ਆਪਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਦਾ। ਡਾਕਟਰ ਗੁਰਬਚਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਆਪਾਂ ਤੁਹਾਡੇ ਨੂੰ ਮਿਲਦੇ ਰਹਿੰਦੇ ਹਾਂ ਨਾ, ਤੇ ਅੱਜ ਆਪਾਂ ਨੂੰ ਮੌਕਾ ਮਿਲਿਆ ਆਪਣੇ ਪੇਜ ਦੇ ਉੱਤੇ, ਹੈ ਨਾ। ਆਪਾਂ ਹੁਣ ਪਹਿਲਾ ਐਪੀਸੋਡ ਕਰ ਰਹੇ ਹਾਂ GS ਫਾਰਮ ਦਾ। ਜ਼ਿੰਦਗੀ ਦੀ ਸ਼ੁਰੂਆਤ ਡਾਕਟਰ ਸਾਹਿਬ ਕਿੱਥੋਂ ਹੁੰਦੀ ਹੈ? ਪਹਿਲਾਂ ਤੁਹਾਡਾ ਸੰਘਰਸ਼ ਜਾਣਾਂਗੇ ਥੋੜ੍ਹਾ ਜਿਹਾ। ऐसे बेटा जन्म मेरा एक पिंड है, बड़ा बैकवर्ड पिंड सीगा, हुण तक काफ़ी फर्क पै गया। भैणी महाराज संगरूर डिस्ट्रिक्ट दे विच। अच्छा जी। कुछ नहीं सी पता, बट मेरे फादर साहब और मेरे दादा जी हाँ जी सब लोग खेती करते सी। बिल्कुल। ਜਦੋਂ मैं ਅੱਖਾਂ ਖੁੱਲੀਆਂ खेती भी देखी। मेरी मदर माता जी हुण तां नहीं रहे, पर हैरानी की गल है कि असी 6 बच्चे सीगे, 2 भाई ते 4 भैणां, और उन्होंने सवेरे उठ के पशुओं का चारा पाउणा, पशुओं की धार कढ़ के लियाउणी, आके खेत दे विच सीरी भी लगे होने ते उन्हां दी मतलब रोटी भी पका के लैके जानी। हुण अजकल तां जे असी देखदे हां कुड़ियां नूं ਇਹ ਐਂ लगेगा भी ये किवें हुंदा सीगा। ते उस घरे कई वारी मैं उन्हां दी उंगल फड़ के अपनी माँ दे नाल खेत जांदा हुंदा सी। फिर जदों पढ़न लग गया, फिर पिंडां दे विच सीगा भी मैं हर काम कीता। मैसां भी चराइयां, अपने सारे पशुआं नूं पट्ठे आप मशीन ते कुतर के पाए। ओके जी। और इत्थों तक बेटा, क्योंकि बड़ा मेरे फादर बहुत मेहनती सीगे, बहुत काम करते सीगे, और एक उन्हां दा मिशन सीगा कि भी मेरे बच्चे थोड़े जे पढ़ जान। कई बारी तुसीं मन्नना नहीं, जिवें सीरी जांदे आ ना, हुण मेरे कोले मैं सीरी वाला काम भी कीता। लोकां दे दूसरिਆਂ ਦੇ ਖੇਤਾਂ ਤੇ ਜਾ ਕੇ ਇੱਕ ਬੀੜੀ ਲਾ ਕੇ ਆਉਣੀ, ਚਾਹੇ ਉਹ ਕਣਕ ਕੱਟਣੀ ਹੈ, ਚਾਹੇ ਉਹ ਜੀਰੀ ਕੱਟਣੀ ਹੈ। ਤੋਂ ਮਤਲਬ ਕਹਿਣ ਤੋਂ ਕਿ ਮੈਂ ਇੱਕ ਪਿੰਡ ਦੇ ਵਿੱਚੋਂ, ਜਿਹੜਾ ਪਿੰਡ ਵੀ ਉਹਨਾਂ ਦਿਨਾਂ 'ਚ ਬਿਜਲੀ ਤਾਂ ਹੁੰਦੀ ਨਹੀਂ ਸੀ। ਅੱਛਾ ਜੀ। 1968 'ਚ ਸਾਡੇ ਪਿੰਡ ਬਿਜਲੀ ਆਈ ਸੀ, ਬੜਾ ਉਦੋਂ ਖੁਸ਼ੀ ਹੋਈ ਜਦੋਂ ਆਈ। ਪਰ ਸਿੱਖਿਆ ਬਹੁਤ ਆਪਣੇ
ਪਿਤਾ ਜੀ ਤੋਂ, ਮੇਰੇ ਦਾਦਾ ਤੇ ਦਾਦੀ। ਕੀ ਅਚੀਵਮੈਂਟ ਕੀਤੀ? ਮੈਂ ਉਹ ਦੱਸਦਾ ਬੇਟਾ, ਮੈਂ ਦਾਦੀ ਨੇ ਇੰਨੀਆਂ ਸੋਹਣੀਆਂ ਕਹਾਣੀਆਂ ਸੁਣਾਉਣੀਆਂ ਰਾਜਿਆਂ ਦੀਆਂ। ਉਹਨਾਂ ਦਿਨਾਂ 'ਚ ਆ ਨਹੀਂ ਸੀ ਹੁੰਦਾ ਟੀਵੀ ਟੂਵੀ ਜਾਂ ਕੁਛ ਨਹੀਂ। ਕਦੇ ਦਹੂਦ ਪਾਤਸ਼ਾਹ ਮੈਨੂੰ ਹੁਣ ਤੱਕ ਯਾਦ ਹੈ, ਕਦੇ ਰਮਾਇਣ ਉਹਨਾਂ ਨੇ ਸੁਣਾਉਣੀ, ਕਦੇ ਮਹਾਭਾਰਤ। ਉਹਨਾਂ ਨੂੰ ਜ਼ਬਾਨੀ, ਉਹ ਅਨਪੜ੍ਹ ਲੇਡੀ ਸੀ, ਜ਼ਬਾਨੀ ਯਾਦ ਸੀਗਾ। ਉਦੋਂ ਬਾਅਦ ਮੈਂ ਜਿਹੜਾ ਪਿੰਡ ਦੇ ਸਕੂਲ ਦੇ ਵਿੱਚੋਂ 5ਵੀਂ ਕੀਤੀ। ਫਿਰ ਨਾਲ ਬੜਵਰ ਸਾਡੇ 8ਵੀਂ ਦਾ ਸਕੂਲ ਸੀ, ਤੁਰ ਕੇ ਜਾਂਦਾ ਸੀ 3.5 ਕਿਲੋਮੀਟਰ, ਉੱਥੋਂ ਮੈਂ 8ਵੀਂ ਕੀਤੀ। ਫਿਰ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦੇ ਵਿੱਚ ਅਕਾਲ ਹਾਇਰ ਸੈਕੰਡਰੀ ਸਕੂਲ ਤੋਂ 11ਵੀਂ ਕੀਤੀ। ਔਰ ਆਪ ਨੂੰ ਇਹ ਵੀ ਮੰਨਣਾ ਹੋਣਾ ਕਿ ਮੈਂ 7 ਤੋਂ 8 8.5 ਕਿਲੋਮੀਟਰ ਆ, ਮੈਂ ਬਹੁਤ ਵਾਰੀ ਪੈਦਲ ਜਾਂਦਾ ਸੀ ਮਸਤੂਆਣਾ ਸਾਹਿਬ ਪੜ੍ਹਨ ਵਾਸਤੇ। ਹਾਂ, ਜਦੋਂ ਮੇਰੇ ਫਾਦਰ ਸਾਹਿਬ ਨੇ, ਮੈਨੂੰ ਯਾਦ ਹੈ ਸ਼ਾਇਦ ਮੈਂ 9ਵੀਂ ਸੀਗਾ, ਸਾਈਕਲ ਲੈ ਕੇ ਦਿੱਤਾ ਨਵਾਂ। ਮੈਂ ਬਰਨਾਲੇ ਤੋਂ ਆਪਣੇ ਪਿੰਡ ਤੱਕ ਉਹਨੂੰ ਚਲਾ ਕੇ ਲਿਆ। ਮੈਨੂੰ ਮੇਰਾ ਖਿਆਲ ਹੈ ਦੁਨੀਆ ਦੀ ਇਹ ਖੁਸ਼ੀ ਸੀ ਜਿਵੇਂ ਜਹਾਜ਼ ਮਿਲ ਗਿਆ ਹੁੰਦਾ, ਕਿਉਂਕਿ ਸਾਡੇ ਪਿੰਡ ਦੇ ਵਿੱਚ ਹੀ 5-4 ਸਾਈਕਲ ਸੀਗੇ। ਇਹ ਉਹ ਟਾਈਮ ਦੇਖਿਆ ਬੇਟਾ। ਉਹ ਤੋਂ ਬਾਅਦ ਕੀ ਹੋਇਆ, ਮੈਂ 11ਵੀਂ ਹੋ ਗਈ। ਔਰ ਫਿਰ ਕੀ ਕਰੀਏ, ਇੱਕ ਮੇਰਾ ਕਜ਼ਨ ਬ੍ਰਦਰ ਜਿਹੜਾ ਚੰਡੀਗੜ੍ਹ ਰਹਿੰਦਾ ਸੀ, ਉਹ ਬਾਈ ਚਾਂਸ ਆਇਆ ਹੋਇਆ ਸੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਦਾਖਲਾ ਨਿਕਲਿਆ, ਜਿਵੇਂ ਪਰਸੋਂ ਲਾਸਟ ਡੇਟ ਹੈ। ਉਹ ਮੈਨੂੰ ਲੈ ਗਿਆ, ਮੇਰੇ ਸਰਟੀਫਿਕੇਟ ਉੱਥੇ ਅਸੀਂ ਅਪਲਾਈ ਕਰਤਾ ਤੇ ਮੈਨੂੰ ਐਡਮਿਸ਼ਨ ਮਿਲ ਗਈ BSc ਐਗਰੀਕਲਚਰ 'ਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਉਹ ਇੱਕ ਪੁਆਇੰਟ ਸੀਗਾ। ਉਹ ਬੇਟਾ ਜਦੋਂ ਐਡਮਿਸ਼ਨ ਪਹਿਲੇ ਸਾਲ ਮੈਨੂੰ ਵਜ਼ੀਫਾ ਵੀ ਲੱਗ ਗਿਆ। BSc ਵੀ ਮੈਂ ਵਜ਼ੀਫੇ ਤੇ ਪੜ੍ਹਿਆ, MSc ਵੀ ਵਜ਼ੀਫੇ ਤੇ ਪੜ੍ਹਿਆ। ਫਿਰ PhD ਦੇ ਵਿੱਚ ਤਾਂ 4 ਆਊਟ ਆਫ 4, ਮਤਲਬ ਜਿੰਨੇ ਨੰਬਰ ਹੁੰਦੇ ਆ ਉਹਨਾਂ ਦੇ ਵਿੱਚੋਂ ਮੈਂ ਉਨੇ ਹੀ ਨੰਬਰਾਂ ਤੇ PhD ਕੀਤੀ। ਫਿਰ ਜਦੋਂ ਮੈਂ ਉੱਥੇ ਸੀਗਾ, ਫਿਰ ਇਹ ਜਿਹੜਾ ਐਗਰੀਕਲਚਰ ਰਿਸਰਚ ਸਰਵਿਸ ਦਾ ਐਗਜ਼ਾਮੀਨੇਸ਼ਨ ਹੈ, ਇਹ ਮੈਂ ਭਰਤਾ। ਉਦੋਂ ਤਾਂ ਲੋਕ ਇਹ ਕਹਿੰਦੇ ਸੀ ਵੀ IAS ਦੇ ਬਰਾਬਰ ਹੈ। ਅੱਛਾ ਜੀ। ਤੋ ਮੇਰੀ ਸਿਲੈਕਸ਼ਨ ਹੋ ਗਈ ਤੇ ਮੇਰੀ ਪਹਿਲੀ ਪੋਸਟਿੰਗ ਇੱਥੇ ਕਰਨਾਲ ਹੀ, ਆਹ ਜਿਹੜਾ ਜਰੀਫਾ ਫਾਰਮ CSSRE ਕਰਨਾਲ 'ਚ ਹੋ ਗਈ। ਇੱਥੇ 20 ਸਾਲ ਕੰਮ ਕੀਤਾ। ਆਹ ਜਗ੍ਹਾ ਖੜੀ ਹੈ ਜਿੱਥੇ ਮੈਂ ਤਜਰਬੇ ਕਰਦਾ ਹੁੰਦਾ ਸੀ। ਜਦੋਂ ਮੈਂ ਇੱਥੇ ਸਾਇੰਟਿਸਟ ਸੀ, ਇਸੀ ਜ਼ਮੀਨ ਦੇ 4 ਪਿੰਡ ਸੀਗੇ, ਕਾਸ਼ਵਾ, ਸੱਗਾ, ਸਾਮਲੀ, ਵੀਰ ਨਾਰਾਇਣਾ। ਆ ਵੀਰ ਨਾਰਾਇਣਾ ਨਾਲ ਹੀ ਹੈ। ਇਹਦੇ ਵਿੱਚ ਸਾਡਾ ਖੇਤਾਂ ਦੇ ਉੱਤੇ ਕੰਮ ਕਰਨ ਦਾ ਪ੍ਰੋਗਰਾਮ ਸੀਗਾ ਇੰਸਟੀਚਿਊਟ ਦਾ। ਉਹਦੇ 'ਚ ਮੇਰੀ ਪੋਸਟਿੰਗ ਸੀ ਤੇ ਉਦੋਂ ਫਿਰ ਇੱਥੇ ਜ਼ਿਮੀਂਦਾਰਾਂ ਨਾਲ ਕੰਮ ਕਰਨਾ ਸ਼ੁਰੂ। ਫਿਰ ਮੈਂ ਇੱਥੋਂ ਬੇਟਾ ਚਲਿਆ ਗਿਆ, ਮੇਰੀ ਸਿਲੈਕਸ਼ਨ ਹੋ ਗਈ ਝਾਂਸੀ। ਐਗਰੋ ਫੋਰੈਸਟਰੀ ਜਿੰਨੇ ਇੱਥੇ ਟਰੀ ਲੱਗੇ ਹੈ, ਇਹ ਮੈਂ ਐਗਰੋ ਫੋਰੈਸਟਰੀ ਦਾ, ਉੱਥੇ ਮੈਨੂੰ ਪ੍ਰਿੰਸੀਪਲ ਸਾਇੰਟਿਸਟ, ਫਿਰ ਹੈੱਡ ਆਫ ਦੀ ਡਿਪਾਰਟਮੈਂਟ ਹੋ ਗਿਆ ਮੈਂ। ਕਿਹੜੀ ਕੰਟਰੀ 'ਚ ਗਏ ਤੁਸੀਂ? ਉਹ ਮੈਂ ਆਨਾ ਬੇਟਾ। ਉਦੋਂ ਬਾਅਦ ਫਿਰ ਮੇਰੀ ਸਿਲੈਕਸ਼ਨ ADG ਹੋ ਗਈ, ਅਸਿਸਟੈਂਟ ਡਾਇਰੈਕਟਰ ਜਨਰਲ ICR 'ਚ। ਫਿਰ ਮੈਂ ਉੱਥੋਂ ਡਾਇਰੈਕਟਰ ਆ ਗਿਆ CSSRE ਕਰਨਾਲ ਦਾ। ਫਿਰ ਭਾਰਤ ਸਰਕਾਰ ਨੇ ਮੈਨੂੰ ਕਮਿਸ਼ਨਰ ਐਗਰੀਕਲਚਰ ਸਾਰੇ ਦੇਸ਼ ਦੀ ਖੇਤੀ ਦੇ ਲਈ ਲਾਤਾ। ਫਿਰ ਮੈਨੂੰ ਗੌਰਮੈਂਟ ਨੇ ਚੇਅਰਮੈਨ ਲਾਤਾ ਇਹ ਸਾਇੰਟਿਸਟਾਂ ਦੇ ਭਰਤੀ ਬੋਰਡ ਦਾ। ਫਿਰ ਜਿੰਨੇ ਦੇਸ਼ 'ਚ ਸਾਇੰਟਿਸਟ ਹੁੰਦੇ ਸੀ ਉਹਨਾਂ ਦੀ ਭਰਤੀ, ਉਹ ਸੈਕਟਰੀ ਲੈਵਲ ਦੀ ਪੋਸਟ ਹੁੰਦੀ ਹੈ ਸੈਂਟਰਲ ਗੌਰਮੈਂਟ 'ਚ। ਹਾਂ, ਬੜੇ ਮੌਕੇ ਮਿਲੇ। ਮੇਰਾ ਖਿਆਲ ਹੈ ਮੈਂ ਜ਼ਿਆਦਾ ਨਹੀਂ ਤਾਂ 38-40 ਕੰਟਰੀ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਪਹਿਲਾਂ ਰਿਸਰਚ ਕਰਨ ਦਾ, ਮਤਲਬ ਉਹਨਾਂ ਦੇਸ਼ਾਂ ਦੇ ਨਾਲ ਮਿਲ ਕੇ, ਜਿਵੇਂ ਅੱਜ ਕੱਲ੍ਹ ਤੁਸੀਂ ਪੜ੍ਹਦੇ ਹੋ ਨਾ ਵੀ ਕੋਈ ਬਾਹਰੋਂ ਆਏ ਹੈ, ਬਹੁਤ ਲੋਕਾਂ ਨਾਲ, ਅਮਰੀਕਾ ਦੇ ਨਾਲ, ਕੈਨੇਡਾ ਵਾਲਿਆਂ ਨਾਲ। 1-2 ਤਾਂ ਸਟੂਡੈਂਟ ਵੀ ਕੈਨੇਡਾ ਦੇ ਮੇਰੇ ਕੋਲੋਂ, ਇੰਡੀਅਨ ਸਟੂਡੈਂਟ ਸੀਗੇ, ਪਰ ਕੈਨੇਡਾ ਤੋਂ PhD ਇੱਥੇ ਕਰਕੇ ਗਏ ਜਦੋਂ ਮੈਂ ਇੱਥੇ ਸੀਗਾ। ਮੇਰਾ ਖਿਆਲ ਨਹੀਂ। ਅੱਛਾ, ਉਸ ਤੋਂ ਬਾਅਦ ਫਿਰ ਜਿਸ ਵੀ ਮੈਂ ਪੋਸਟ 'ਤੇ ਰਿਹਾ, ਫਿਰ ਹਮ ਆਪਣੇ ਦੇਸ਼ ਦੀਆਂ ਕਈ ਵਾਰੀ ਇਹ ਬਾਈਲੇਟਰਲ ਕਹਿੰਦੇ ਆ ਵੀ ਸਮਝੌਤੇ ਕਰਨੇ ਹੁੰਦੇ ਸੀ ਪ੍ਰੋਜੈਕਟਾਂ ਦੇ, ਉਹਦੇ ਲਈ ਮੈਂ ਬਾਹਰ ਜਾਂਦਾ। ਫਿਰ ਇੱਥੋਂ ਤੱਕ ਵੀ ਕਿਹਾ ਜਿੰਨੇ ਸਾਡੇ ਇੰਟਰਨੈਸ਼ਨਲ ਸੈਂਟਰ ਨੇ ਦੁਨੀਆ ਦੇ ਵਿੱਚ ਐਗਰੀਕਲਚਰ ਦੇ, ਉਹਨਾਂ ਸਭ ਦੇ ਡਾਇਰੈਕਟਰ ਜਨਰਲਾਂ ਦੇ ਨਾਲ ਵੀ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਇੱਥੋਂ ਤੱਕ ਕਿ ਜਦੋਂ ਮੈਂ ਕਮਿਸ਼ਨਰ ਸੀ, ਮੈਂ ਪੰਜਾਬ, ਹਰਿਆਣਾ, UP ਦੇ ਡਾਇਰੈਕਟਰਾਂ ਨੂੰ, ਤਿੰਨਾਂ ਨੂੰ ਲੈ ਕੇ, ਜਿੱਥੇ ਡਾਕਟਰ ਬੋਰਲੋਗ ਹੁੰਦੇ ਸੀ ਦੁਨੀਆ ਦੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਉੱਥੇ ਲੈ ਕੇ ਗਿਆ। ਮੈਂ ਇਹ ਸੀਗਾ ਵੀ ਸਾਡੇ ਡਾਇਰੈਕਟਰਾਂ ਨੂੰ ਵੈਰਾਈਟੀਆਂ ਜਿੰਨੀਆਂ ਦੁਨੀਆ ਦੀਆਂ ਜਿੰਨੀਆਂ ਵੈਰਾਈਟੀਆਂ ਕਣਕ ਦੀਆਂ ਉਹ ਉੱਥੇ ਹੁੰਦੀਆਂ, ਮਤਲਬ ਜਿੱਥੇ ਉਹ ਸਾਰੀਆਂ ਉੱਥੇ ਅਸੀਂ 10 ਦਿਨ, ਮੇਰੇ 7-8 ਦਿਨ ਰਹੇ ਉਹ ਸਾਰਾ। ਉਦੋਂ ਬਾਅਦ ਫਿਰ ਮੈਂ ਡਾਇਰੈਕਟਰ ਲੋਕਾਂ ਨੂੰ ਹੀ ਲੈ ਕੇ, ਫਿਰ ਮੈਂ ਇਹਨਾਂ ਨੂੰ ਲੈ ਕੇ ਗਿਆ ਫਿਲੀਪੀਨਸ।
ਉੱਥੇ ਰਾਈਸ ਜਿੰਨੀਆਂ ਦੁਨੀਆ ਦੀਆਂ ਜੀਰੀ ਦੀਆਂ ਕਿਸਮਾਂ ਨੇ ਉੱਥੇ ਬਣਦੀਆਂ। ਡਾਕਟਰ ਗੁਰਦੇਵ ਖੁਸ਼ ਜਿਹੜੇ ਤੁਸੀਂ ਇੱਕ ਵਾਰੀ ਇੰਟਰਵਿਊ ਵੀ ਕੀਤਾ ਸੀ, ਉਹ ਉੱਥੇ ਹੀ ਹੁੰਦੇ ਸੀ, ਉਹਨਾਂ ਨੇ ਬਣਾਈਆਂ ਸੀ ਉਹ ਬਹੁਤ ਵੈਰਾਈਟੀਆਂ। ਮੈਂ ਸੁਣਿਆ ਸੀ ਇੱਕ ਵਾਰੀ ਤੁਸੀਂ ਜਿਹੜੀ ਆਪਣਾ ਕਾਲ ਜਿਹੜੀ ਮਤਲਬ ਚੌਲ ਰਾਈਸ ਬਾਰੇ ਜਿਹੜਾ ਕਿ ਤੁਸੀਂ ਸਭ ਤੋਂ ਜ਼ਿਆਦਾ ਪੈਦਾਵਾਰ ਮੈਂ ਹਾਂ ਉਹਦੇ ਬਾਰੇ ਤੁਹਾਨੂੰ ਮੈਂ ਦੱਸੂਗਾ। ਕੁਛ ਕੁ ਜਿਵੇਂ ਤੁਸੀਂ ਇਹ ਕਿਹਾ, ਫਿਰ ਇੱਥੋਂ ਮੈਂ ਇਹਨੂੰ ਪਹਿਲਾਂ ਇੱਕ ਹੋਰ ਦੱਸ ਦਿਆਂ ਵੀ ਜਦੋਂ ਮੈਂ ਕਮਿਸ਼ਨਰ ਸੀ, ਜੈਸੇ ਬ੍ਰਿਕਸ ਦੀ ਮੀਟਿੰਗ ਹੁੰਦੀ ਸੀ, ਬਾਅਦ 'ਚ ਮੰਤਰੀ ਜਾਂਦੇ ਸੀ, ਕਈ ਵਾਰੀ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਵੀ ਕਈ ਵਾਰੀ ਜਾਂਦੇ ਸੀ, ਜਿਵੇਂ ਹੁਣ ਅੱਜ ਕੱਲ੍ਹ ਵੀ ਜਾਂਦੇ। ਉਦੋਂ ਪਹਿਲਾਂ ਇੱਕ ਸੀਨੀਅਰ ਅਫਸਰਾਂ ਦੀ ਮੀਟਿੰਗ ਹੁੰਦੀ ਹੈ, ਉਹਨੂੰ ਵੀ ਮੈਂ ਲੀਡ ਕਰਕੇ ਇੰਡੀਆ ਦੇ ਡੈਲੀਗੇਸ਼ਨ ਨੂੰ ਕਿ ਵੀ ਅੱਗੇ ਕੀ ਸਮਝੌਤੇ ਹੋਣੇ ਆ, ਉਹ ਵੀ ਬੜੇ ਇਸ ਤਰ੍ਹਾਂ ਦੇ ਕਾਫੀ ਚਾਂਸਸ ਮਿਲੇ। ਦੂਸਰਾ ਤੁਸੀਂ ਪੁੱਛ ਰਹੇ ਸੀ ਕਿ ਜਦੋਂ ਮੈਂ ਕਮਿਸ਼ਨਰ ਜੁਆਇਨ ਕੀਤਾ, ਹਾਂਜੀ, ਇਹ ਬੜੀ ਮਤਲਬ ਮੈਨੂੰ ਵੀ ਬੜਾ ਸੈਟਿਸਫੈਕਸ਼ਨ ਹੈ। ਉਦੋਂ ਮੈਨੂੰ ਸਾਡੇ ਸ਼ਰਦ ਪਵਾਰ ਜੀ ਮੰਤਰੀ ਸੀਗੇ, ਬਹੁਤ ਮੈਂ ਤਾਂ ਕਹੂੰਗਾ ਬਹੁਤ ਹੀ ਸੁਲਝੇ ਹੋਏ ਮਿਨਿਸਟਰ ਸੀਗੇ। ਸਾਡੇ ਸੈਕਟਰੀ ਬਹੁਤ, ਮੇਰਾ ਖਿਆਲ ਇਹੋ ਜਿਹੇ ਆਈਏ ਸੈਕਟਰੀ ਬਹੁਤ ਘੱਟ ਨੇ, ਪਰਵੀਰ ਬਾਸੂ ਜੀ, ਉਹਨਾਂ ਦਾ ਮੇਰੀ ਲਾਈਫ ਦੇ ਉੱਤੇ ਬਹੁਤ ਅਸਰ ਪਿਆ ਹੋਇਆ। ਉਹਨਾਂ ਤੋਂ ਬਾਅਦ ਵੀ ਮੈਂ ਬਹੁਤ ਕੁਝ ਸਿੱਖਿਆ। ਉਹਦੇ ਤੁਹਾਨੂੰ ਜੋ ਦੱਸਣ ਲੱਗਿਆ ਬੇਟਾ, ਸਾਡੇ ਜਿਹੜੇ ਦਾਲਾਂ ਸੀ, ਮੈਨੂੰ ਇੱਕੋ ਹੀ ਕਿਹਾ ਗਿਆ ਕਿ ਵੀ ਆਪ ਨਵੇਂ ਕਮਿਸ਼ਨਰ ਆਏ ਹੈ, ਬਈ ਦਾਲਾਂ ਦੇਸ਼ ਦੇ ਵਿੱਚ ਬੜੀ ਕਮੀ ਹੈ, ਅੱਛਾ ਠੀਕ, ਇਹਦਾ ਕੀ ਕਰਨਾ ਚਾਹੀਦਾ। ਮੈਂ ਕਿਹਾ ਜੀ ਕੋਈ ਨਹੀਂ। ਉਦੋਂ ਨਾ ਅਸੀਂ 14.4 ਮਿਲੀਅਨ ਟਨ ਤੇ ਸਾਡੀ ਕਦੇ ਨਹੀਂ ਸੀ ਵਧਿਆ, ਇੰਡੀਪੈਂਡੈਂਸ ਤੋਂ ਲੈ ਕੇ ਨਾ, ਬਸ ਇਹਦੇ ਤੇ ਮੈਕਸਿਮਮ ਇੰਨਾ ਹੀ ਸੀਗਾ। ਮੈਂ ਮੇਰੇ ਨਾਲ ਬਹੁਤ ਅੱਛੀ ਟੀਮ, ਬੜੀ ਅੱਛੀ ਸੀ। ਮੁਕੇਸ਼ ਖੁੱਲਰ ਹੁੰਦੇ ਸੀ, ਦੈਨ ਹੋਰ ਬਹੁਤ ਮਤਲਬ ਉਹ ਲੜਕੀ ਮੇਰੇ ਨਾਲ ਡਾਇਰੈਕਟਰ ਹੁੰਦੀ ਸੀ, ਨੀਰਜਾ, ਜਦੋਂ ਮੈਂ ਕਮਿਸ਼ਨਰ ਸੀਗਾ। ਉਹ ਸਾਰਾ ਉਹ ਹੁਣ ਅੱਜ ਕੱਲ੍ਹ ਕੁੜੀ ਸ਼ਾਇਦ ਸੈਕਟਰੀ ਬਣ ਗਏ ਉਹਨਾਂ 'ਚੋਂ ਕਈ, ਸੈਂਟਰਲ ਗੌਰਮੈਂਟ ਦੇ ਵਿੱਚ ਵੀ, ਉਹ ਜਿਹੜੇ ਅਸੀਂ ਇਕੱਠੇ ਕੰਮ ਕਰਦੇ ਸੀ। ਅਸੀਂ ਰਲ ਕੇ, ਬਾਸੂ ਸਾਹਿਬ ਦੀ ਗਾਈਡੈਂਸ ਸੀਗੀ, ਸ਼ਰਦ ਪਵਾਰ ਸਾਹਿਬ ਦਾ ਆਸ਼ੀਰਵਾਦ ਕਹਿ ਲਓ, ਜਾਂ ਉਹਨਾਂ ਦੀ। ਇੱਕ ਤਾਂ ਮੈਨੂੰ ਨਾ ਸਭ ਤੋਂ ਵੱਡੀ ਗੱਲ ਸੀਗੀ, ਜਦੋਂ ਮੈਂ ਕਮਿਸ਼ਨਰ ਸੀ, ਇਹੀ ਲੋਕਾਂ ਨੂੰ ਸੀ ਦਿੱਲੀ ਦੇ ਵਿੱਚ, ਜਿਹੜਾ ਵੀ ਕਿਸੇ ਨੇ ਆਉਣਾ ਉਹ ਮੇਰੇ ਨਾਲ ਕੋਲੇ ਉਹ ਭੇਜ ਦੇਣਾ, ਮਤਲਬ ਜਿਵੇਂ ਵੀ ਨਾ, ਚਾਹੇ ਉਹ ਕਿਤੇ ਵੀ ਆਏ, ਵੀ ਗੁਰਬਚਨ ਨਾਲ ਗੱਲ ਕਰ ਲਓ। ਅਸੀਂ 60,000 ਪਿੰਡ, 60,000 7 ਸੂਬਿਆਂ ਦੇ ਵਿੱਚ ਜਿਹੜੇ ਪਲਸਸ ਦਾਲਾਂ ਦੇ ਲਈ ਠੀਕ ਸੀਗੇ ਉਹ ਬਣਾਏ। ਸਾਡੇ ਜਿੰਨੇ ਵਿਗਿਆਨਕ ਸੀ ICR ਦੇ, ਯੂਨੀਵਰਸਿਟੀ ਦੇ, ਔਰ ਸਾਡਾ ਜਿਹੜੀ ਮਿਨਿਸਟਰੀ ਸੀ, ਇਹਨਾਂ ਸਾਰਿਆਂ ਨੂੰ ਮੈਂ ਇੱਕ ਪਲੇਟਫਾਰਮ ਤੇ ਇਕੱਠਾ ਕਰਤਾ, ਅਲਾਟ ਕਰਤਾ ਵੀ ਇਹ 10 ਪਿੰਡ ਤੂੰ ਦੇਖਣੇ ਆ, 10 ਪਿੰਡ ਤੂੰ ਕਰਨ। ਔਰ ਜਿੰਨੀ ਸਾਡੀ ਵਧੀਆ ਟੈਕਨੋਲੋਜੀ ਸੀ, ਉਹਨਾਂ ਨੂੰ ਅਸੀਂ ਇੱਕ ਬੈਗ ਦੇ ਵਿੱਚ ਪੈਕ 'ਚ ਪਾ ਕੇ ਕਿਸਾਨਾਂ ਤੱਕ ਪਹੁੰਚਾਇਆ। ਪਰਮਾਤਮਾ ਦੀ ਕਿਰਪਾ ਹੋਈ। ਮੈਂ ਬਾਹਰ ਹੀ ਰਹਿੰਦਾ ਸੀ, ਕ੍ਰਿਸ਼ੀ ਭਵਨ ਮੈਂ ਬਹੁਤ ਘੱਟ ਬਹਿੰਦਾ ਸੀ, ਮੇਰੀ ਰਿਪੋਰਟਾਂ 'ਚ ਵੀ ਲਿਖਿਆ। ਔਰ ਇਹ ਹੋਇਆ ਕਿ ਜਦੋਂ ਅਸੀਂ ਇਹ ਭੇਜਤਾ 16.5 ਮਿਲੀਅਨ, ਵੀ 2 ਮਿਲੀਅਨ 20 ਲੱਖ ਟਨ ਅਸੀਂ ਇੱਕ ਸਾਲ 'ਚ ਵਧਾਵਾਂਗੇ। ਅੱਛਾ ਜੀ। ਉਦੋਂ ਕਸਤੂਰੀ ਰੰਗਨ ਜੀ ਸੀਗੇ ਸਾਡੇ ਪਲੈਨਿੰਗ ਕਮਿਸ਼ਨ ਦੇ, ਜਿਹੜਾ ਨੀਤੀ ਆਯੋਗ ਹੈ, ਉਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਕੈਸੇ ਹੋ ਜਾਏਗਾ, ਅੱਜ ਤੱਕ ਨਹੀਂ ਹੋਇਆ, ਇਹ ਤੁਸੀਂ 20 ਲੱਖ ਕਿਵੇਂ ਵਧਾ ਦਿਓਗੇ। ਉਹ ਮੈਨੂੰ ਬੁਲਾਇਆ ਗਿਆ। ਕਿਹੜੇ ਸਾਲ ਦੀ ਗੱਲ ਹੈ ਜੀ ਇਹ 2010-11 ਦੀ ਗੱਲ ਹੈ। ਮੈਨੂੰ ਬੁਲਾਇਆ ਗਿਆ ਸੈਕਟਰੀ ਸਾਹਿਬ ਨੇ। ਮੈਂ ਕਿਹਾ ਜੀ ਕੋਈ ਨਹੀਂ, ਆਪਾਂ ਦੇਤਾ, ਟਾਰਗੇਟ ਹੀ ਦਿੱਤਾ ਨਾ, ਜੇ ਨਹੀਂ ਹੋਊਗਾ ਆਪਾਂ ਕਹਿ ਦਿਆਂਗੇ ਜੀ ਅਸੀਂ ਕੋਸ਼ਿਸ਼ ਕੀਤੀ, ਨਹੀਂ ਹੋਇਆ ਕਿ ਮਤਲਬ ਪਿੰਡ ਜਾ ਕੇ ਮੋਨੀਟਰਿੰਗ ਕੀਤੀ ਹਰ ਜਗ੍ਹਾ ਤੇ। ਇਹਨਾਂ ਨੇ ਐਡਮਿਨਿਸਟ੍ਰੇਸ਼ਨ ਵਾਲ, ਉਹਨਾਂ ਦਿਨਾਂ ਦੇ ਵਿੱਚ DC ਲੋਕ ਵਗੈਰਾ ਸਭ ਜਿੰਨੇ ਵੀ ਹੁੰਦੇ ਸੀ, ਬੜੀ ਹੈਲਪ ਕਰਦੇ ਸੀਗੇ। ਰੱਬ ਦੀ ਕੁਦਰਤ ਇਹ ਹੋਈ ਕਿ 35 ਲੱਖ ਟਨ ਦਾਲਾਂ ਵੱਧ ਗਈਆਂ, 14.4 ਤੋਂ ਜਾ ਕੇ 18.3 ਕੇ 18.4 ਤੇ ਪਹੁੰਚ ਗਏ। ਇਹ ਤਾਂ ਡਾਂਕਾ ਵੱਜ ਗਿਆ ਸਾਰੇ, ਮਤਲਬ ਕਿ ਵੀ ਐਸਾ ਕੀ ਹੋਇਆ। ਪਰ ਇਹ ਸੀਗੀ ਪਰਮਾਤਮਾ ਦਾ ਮਿਹਨਤ ਹਰ ਕੋਈ ਕਰਦੇ ਆ, ਪਰ ਪਰਮਾਤਮਾ ਨੇ ਮੈਨੂੰ ਕ੍ਰੈਡਿਟ ਦਿਵਾਉਣਾ ਸੀ। ਹੁਣ ਤਾਂ ਲੋਕ ਇਹ ਦੇਖਦੇ ਆ ਵੀ ਇਹ ਬੰਦਾ ਉਹ ਹੈ ਜਿਹਨੇ ਦੇਸ਼ ਨੂੰ ਆਲਮੋਸਟ ਨਿਰਭਰ ਕਰਤਾ ਸੀ ਦਾਲਾਂ ਦੇ ਵਿੱਚ। ਤਾਂ ਉਹ ਬੜੀ ਅੱਛਾ, ਉਹਦਾ ਮੇਰੇ ਫਿਰ ਸੈਕਟਰੀ ਨੇ ਇੱਕ ਮੇਰੀ ਚਿੱਠੀ ਲਿਖੀ ਮੇਰੀ ਘਰਵਾਲੀ ਨੂੰ। ਅੱਛਾ ਜੀ। ਬਹੁਤ ਘੱਟ ਹੁੰਦਾ IAS ਲੋਕ, ਉਹਦੇ 'ਚ ਇਹ ਲਿਖਿਆ, ਮੈਂ ਕਦੇ ਇੱਥੇ ਹੈ ਵੀ ਉਹ ਚਿੱਠੀ, ਉਹ ਲਿਖਿਆ ਸੀ ਕਿ ਵੀ ਹਰਜੀਤ ਜੀ, ਮੈਨੂੰ ਪਤਾ ਕਿ ਬਈ
ਤੁਸੀਂ ਲੋਕਾਂ ਨੇ ਬਹੁਤ ਸਫ਼ਰ ਕੀਤਾ ਹੋਣਾ, ਕਿਉਂਕਿ ਗੁਰਬਚਨ ਤਾਂ ਸੌਂਦਾ ਹੀ ਨਹੀਂ, ਇਹ ਤਾਂ ਸਾਰਾ ਮਤਲਬ ਦਿਨ ਰਾਤ ਇਹਨੇ ਕੀਤਾ ਹੋਇਆ ਸੀ ਵੀ ਸਾਡੇ ਲਈ ਜਿਹੜਾ ਦੇਸ਼ ਹੈ ਸਾਡੇ ਆਪਦੇ ਨਾਲੋਂ ਉੱਤੇ ਹੈ, ਬੱਚਿਆਂ ਦੀ ਪੜ੍ਹਾਈ ਸਫਰ ਹੋਣੀ ਹੈ। ਪਰ ਮੈਂ ਤੁਹਾਨੂੰ ਧੰਨਵਾਦ ਕਰਦਾ ਵੀ ਤੁਸੀਂ ਉਹਨਾਂ ਨੂੰ ਮਤਲਬ ਦੇਸ਼ ਦੀ ਸੇਵਾ ਲਈ ਸਾਡੇ ਉਹ ਕੰਮ ਕਰਦੇ ਰਹੇ ਅਸੀਂ ਇਕੱਠੇ, ਪਰ ਅਸੀਂ ਆਪਣੇ ਕੰਟਰੀ ਨੂੰ ਡਾਊਨ ਨਹੀਂ ਹੋਣ ਦਿੱਤਾ। ਫਿਰ ਉਹਨਾਂ ਨੇ ਇੱਕ ਕਿਤਾਬ ਲਿਖੀ, ਅੱਛਾ ਜੀ, ਉਹ ਵੀ ਇੱਥੇ ਪਈ ਹੈ ਮੇਰੇ ਕੋਲੇ, ਉਹਦੇ ਦੇਖਿਓ ਕਿਤਾਬ ਦੇ ਵਿੱਚ ਅੱਧਾ ਸਫ਼ਾ ਮੇਰੇ ਤੇ ਲਿਖਿਆ ਹੋਇਆ ਵੀ ਜੇ ਭਾਰਤ ਦਾ ਕਮਿਸ਼ਨਰ ਇਹ ਨਾ ਹੁੰਦਾ, ਸਾਡੀ ਜਿਹੜੀ ਫੂਡ ਸਿਕਿਉਰਿਟੀ ਹੈ ਇਹ ਉਹ ਨਹੀਂ ਹੋਣੀ ਸੀ। 11 ਮਿਲੀਅਨ ਟਨ ਇੱਕ ਸਾਲ ਵਧੇ, ਮੈਂ 2 ਸਾਲ ਹੀ ਰਿਹਾ, ਅੱਛਾ ਜੀ, ਔਰ 14 ਮਿਲੀਅਨ ਟਨ ਅਗਲੇ ਸਾਲ ਵਧੇ। ਮਤਲਬ ਇਹ ਸੀਗਾ ਪਰਮਾਤਮਾ ਦੀ, ਪਰ ਮਿਹਨਤ ਇਹ ਹੁੰਦਾ ਵੀ ਤੁਸੀਂ ਨੀਤ ਸਾਫ਼ ਰੱਖੋ। ਕਿਹੜੇ ਅਵਾਰਡਸ ਮਿਲੇ ਡਾਕਟਰ ਸਾਹਿਬ ਤੁਹਾਨੂੰ? ਮੇਰਾ ਖਿਆਲ ਹੈ ਦੇਸ਼ ਦਾ ਐਸਾ ਕੋਈ ਅਵਾਰਡ ਨਹੀਂ ਹੈ ਜਿਹੜਾ ਲੋਕਾਂ ਨੇ ਮੈਨੂੰ ਰਿਕੋਗਨਾਈਜ਼ ਨਹੀਂ ਕੀਤਾ। ਸਭ ਤੋਂ ਵੱਡਾ ਸਾਡਾ ICR ਦਾ ਜਿਹੜਾ ਅਵਾਰਡ ਹੈ ਉਹ ਰਫੀ ਅਹਿਮਦ ਕਿਡਵਈ ਅਵਾਰਡ ਹੈ। ਇਹ ਨਹੀਂ ਕਿ ਮੈਨੂੰ ਜਦੋਂ ਮੈਂ ਅਹੁਦੇ ਲਏ ਉਦੋਂ ਮਿਲਿਆ, ਉਦੋਂ ਮੈਂ ਸੀਨੀਅਰ ਸਾਇੰਟਿਸਟ ਹੀ ਇੱਥੇ ਕੰਮ ਕਰਦਾ ਸੀ ਜਦੋਂ ਮੈਨੂੰ ਉਹ ਸਭ ਤੋਂ ਵੱਡਾ ਰਿਸਰਚ ਦਾ ਅਵਾਰਡ ਮਿਲ ਗਿਆ ਸੀ। ਆਮ ਲੋਕਾਂ ਨੂੰ ਤਾਂ ਹੁੰਦਾ ਨਾ ਕੋਈ ਡਾਇਰੈਕਟਰ ਬਣ ਗਿਆ ਕੋਈ, ਉਦੋਂ ਬਾਅਦ ਤਾਂ ਲੋਕੀ ਵੈਸੇ ਵੀ ਕਈ ਦੇ ਦਿੰਦੇ ਹਨ। ਔਰ ਇੱਕ ਸਾਡੀ ਜਿਹੜੀ ਨੈਸ਼ਨਲ ਅਕੈਡਮੀ ਐਗਰੀਕਲਚਰ ਸਾਇੰਸਸ ਹੈ, ਹਾਂਜੀ, ਉਹਦਾ ਵੀ ਜਿਹੜਾ ਹਾਈਐਸਟ ਅਵਾਰਡਾਂ ਦੇ ਵਿੱਚ ਆਉਂਦਾ ਹੈ। ਪਦਮ ਭੂਸ਼ਣ ਮਿਲਿਆ ਤੁਹਾਨੂੰ? ਨਹੀਂ, ਮੈਂ ਅਜੇ ਮਤਲਬ ਮੈਨੂੰ ਇਹ ਪਦਮ ਕੋਈ ਅਵਾਰਡ ਨਹੀਂ ਮਿਲਿਆ। ਪਰ ਐਗਰੀਕਲਚਰ ਸਭ ਤੋਂ ਵੱਡੇ ਅਵਾਰਡ ਆਪ ਨੂੰ ਮਿਲੇ। ਹਾਂ, ਉਹ ਜਿਹੜੇ ਸਾਡੇ ਐਗਰੀਕਲਚਰ ਦੇਸ਼ ਦੇ ਅਵਾਰਡ ਹੈ, ਹਰੀਓਮ ਆਸ਼ਰਮ ਅਵਾਰਡ ਹੈ, ਚਾਹੇ ਜਿੰਨੀਆਂ ਸਾਡੀਆਂ ਇੰਡੀਆ ਦੀ ਜਿੰਨੀਆਂ ਇੰਸਟੀਚਿਊਟਾਂ ਇਹਨਾਂ ਦੇ ਜਿਹੜੇ ਹਾਈਐਸਟ ਅਵਾਰਡ ਤਕਰੀਬਨ ਮੇਰਾ ਖਿਆਲ ਹੈ 2 ਦਰਜਨ ਦੇ ਕਰੀਬ ਮੈਨੂੰ ਲੋਕਾਂ ਨੇ ਆਨਰ ਕੀਤਾ ਹੈ। ਇੱਥੇ ਲੱਗੀਆਂ ਵੀ ਫੋਟੋਆਂ, ਮੈਂ ਆਪਾਂ ਨੇ ਮਿਊਜ਼ੀਅਮ, ਆਪਾਂ ਜਿੱਥੇ ਖੜੇ ਆ ਜਿਸ ਫਾਰਮ ਤੇ ਖੜੇ ਆ, ਐਡਾ ਵੱਡਾ ਫਾਰਮ ਹੈ ਡਾਕਟਰ, ਇੱਕ ਵਾਰੀ ਕੈਮਰਾ ਘੁਮਾ ਦਿਓ, ਬਹੁਤ ਵੱਡਾ ਫਾਰਮ ਤੁਹਾਨੂੰ ਦਿਖਾ ਰਹੇ ਆ, ਥੱਲੇ ਪੂਰਾ ਫਾਰਮ ਹੈ ਜਿਹੜਾ ਆਪਾਂ ਨੂੰ ਇਹਦੇ ਦੇਖੋ ਮਤਲਬ ਕਿ ਪੂਰੇ ਹੋਣ ਵਧੀਆ ਹਰ ਚੀਜ਼, ਹਰ ਫਸਲ ਇੱਥੇ ਹਰ ਤਰ੍ਹਾਂ ਦੀ ਫਸਲ ਇਹਨਾਂ ਨੇ ਬੀਜੀ ਹੋਈ ਆ। ਡਾਕਟਰ ਸਾਹਿਬ ਇੱਕ ਸਵਾਲ ਸਾਡੇ ਮਨ 'ਚ ਆਉਂਦਾ ਵੀ ਸਾਨੂੰ ਤੁਸੀਂ ਦੱਸਿਆ ਸੀ ਥੋੜ੍ਹਾ ਪਹਿਲਾਂ ਕਿ ਇਹ ਸਾਰੀ ਬੰਜਰ ਜ਼ਮੀਨ ਸੀ, ਬਿਲਕੁਲ ਇਹਦੇ 'ਚ ਉੱਗ ਕੁਛ ਨਹੀਂ ਸਕਦਾ ਹੈ, ਤੁਸੀਂ ਇਹਦੇ ਵਿੱਚ ਹਰ ਚੀਜ਼ ਪੈਦਾ ਕਰਤੀ, ਇਹ ਕਿਵੇਂ ਪੋਸੀਬਲ ਕੀਤਾ ਕਿ ਬੰਜਰ ਨੂੰ ਉਪਜਾਊ ਬਣਾਤਾ? ਐਸੇ ਹੈ ਜਿਹੜੇ ਦੁਨੀਆ ਦੇ ਬਹੁਤ ਚੰਗੇ ਡਾਕਟਰ ਹੈ ਉਹ ਬੰਦੇ ਨੂੰ ਆਖਰ ਤੱਕ ਨਹੀਂ ਮਰਨ ਦਿੰਦੇ। ਇਹ ਹੁੰਦਾ ਸਭ ਤੋਂ ਪਹਿਲਾਂ ਡਾਇਗਨੋਸਿਸ ਕਹਿੰਦੇ ਆਪਾਂ ਕਿ ਉਹਦਾ ਡਾਇਗਨੋਸ ਹੋਣਾ ਚਾਹੀਦਾ ਹੈ, ਹਾਂਜੀ, ਬਈ ਇਹਨੂੰ ਮਰਜ਼ ਕੀ ਹੈ, ਫਿਰ ਉਹਦੇ ਤੇ ਟ੍ਰੀਟਮੈਂਟ ਹੋਣਾ ਚਾਹੀਦਾ। ਮੈਂ ਵੀ ਇੱਥੇ ਜਦੋਂ ਰਿਟਾਇਰ ਹੋ ਕੇ ਆਇਆ, ਬਹੁਤ ਲੋਕਾਂ ਨੇ ਕਿਹਾ, ਈਵਨ ਰਾਧਾ ਮੋਹਨ ਸਿੰਘ ਜੀ ਉਦੋਂ ਮੰਤਰੀ ਸੀਗੇ, ਉਹਨਾਂ ਨੇ ਮੈਨੂੰ ਬੁਲਾਇਆ ਕਿ ਬਈ ਆਪ ਬਤਾਓ ਕਿਸ ਪੋਸਟ पे ਲੱਗਣਾ ਹੈ। ਉਹਨਾਂ ਨੇ PS ਨੂੰ ਬੁਲਾਇਆ, ਪਰ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਸੀ ਕਿ ਸਰ ਬਹੁਤ ਨੌਕਰੀ ਕਰ ਲਈ, ਜਿਹੜੇ ਖੇਤਾਂ 'ਚੋਂ ਮੈਂ ਚੱਲਿਆ ਸੀ ਪਿੰਡੋਂ, ਮੈਂ ਤਾਂ ਫਿਰ ਪਿੰਡ 'ਚ ਜਾਊਂਗਾ, ਬਿਲਕੁਲ, ਔਰ ਕਿਸਾਨਾਂ ਦੀ ਸੇਵਾ ਕਰਨੀ ਹੈ। ਜਿੰਨਾ ਆਨਰਸ ਮਿਲੀਆਂ ਹੈ ਸਾਰੀਆਂ ਕਿਸਾਨਾਂ ਕਰਕੇ ਮਿਲੀਆਂ ਹੈ ਜਾਂ ਸਾਡੇ ਆਪਦੇ ਕੋਲੀਗਸ ਕਰਕੇ ਮਿਲੀਆਂ, ਬਿਲਕੁਲ, ਔਰ ਉਹਨਾਂ ਨੂੰ ਪੇ ਬੈਕ ਕਰਨ ਦਾ ਟਾਈਮ ਹੈ, ਉਹ ਪੇ ਬੈਕ ਮੈਨੂੰ ਕਰਨਾ ਚਾਹੀਦਾ। ਫਿਰ ਜਿੰਨੇ ਪੈਸੇ ਚੰਗੇ ਮਿਲਦੇ ਆ, ਮੈਂ ਇਹ ਜ਼ਮੀਨ ਖਰੀਦੀ, ਜਿਹੜੇ ਪੈਸੇ ਮਿਲੇ, ਹੁਣ ਵੀ ਮੈਂ ਕੋਈ ਮੇਰਾ ਬੈਂਕ ਬੈਲੈਂਸ ਨਹੀਂ ਹੈ, ਮੈਂ ਤੁਹਾਨੂੰ ਸਹੀ ਕਹਿ ਰਿਹਾ, ਉਹੀ ਹੋਣਾ 50-60 ਹਜ਼ਾਰ, ਜਿਹੜਾ ਕੋਈ ਜ਼ਿਆਦਾ ਨਹੀਂ ਹੋਣਾ। ਮਤਲਬ ਕਿ ਸਾਰੀ ਪੈਨਸ਼ਨ ਵਗੈਰਾ ਇੱਥੇ ਹੀ? ਨਹੀਂ, ਹੁਣ ਇੱਥੇ ਜਿੰਨੇ ਬੰਦੇ ਲੱਗੇ ਆ, ਹਾਂਜੀ, ਹੁਣ ਮੇਰੀ 1.5 ਲੱਖ ਦੇ ਕਰੀਬ 160 ਮੇਰੀ ਪੈਨਸ਼ਨ ਹੈ, ਉਹ ਸਾਰੀ ਮੈਂ ਇੱਥੇ ਲੇਬਰ ਨੂੰ, ਸਾਡੇ ਟੈਕਨੀਕਲ ਮੇਰੇ ਕੋਲੀਗਸ, ਉਹਨਾਂ 'ਚ ਵੰਡ ਦੇਈਦਾ। ਕੁਛ ਖਰਚਾ ਸਾਡਾ ਇੱਥੇ ਜਿਹੜਾ ਹੋ ਜਾਂਦਾ ਉਹਨੂੰ ਮਤਲਬ ਇੱਥੇ ਹੀ ਅਸੀਂ ਕਰ ਲੈਂਦੇ ਹਾਂ, ਉਹਦੇ ਨਾਲ ਹੀ ਸਾਡੀ ਬਿਲਡਿੰਗ ਬਣ ਜਾਂਦੀ ਹੈ ਥੋੜ੍ਹੀ ਬਹੁਤੀ। ਕੁਛ ਮੇਰੀ ਫੈਮਿਲੀ ਬੜੀ ਸੈਟਲ ਹੈ, ਬੱਚੇ ਮੇਰੇ ਸੈਟਲ, ਮੈਂ ਪਹਿਲਾਂ ਵੀ ਸ਼ਾਇਦ ਮੇਰੀ ਵਾਈਫ ਦੀ ਬਹੁਤ ਕੰਟਰੀਬਿਊਸ਼ਨ ਹੈ ਸਾਡੀ ਫੈਮਿਲੀ ਨੂੰ ਬਣਾਉਣ 'ਚ। ਡਾਕਟਰ ਸਾਹਿਬ ਇੱਥੇ ਕੀ ਤਿਆਰ ਕੀਤਾ ਹੁਣ ਤੁਸੀਂ, ਜਿਹੜਾ ਵੀ ਮੈਂ ਸੁਣਿਆ ਕਿ ਵੀ ਤੁਸੀਂ ਕਿਸਾਨਾਂ ਵਾਸਤੇ ਸਟੱਡੀ ਲਈ? ਪਹਿਲੇ ਮੈਨੂੰ ਨਹੀਂ ਸੀਗਾ, ਇੱਕ ਇਹ ਸੀਗਾ ਵੀ ਇੱਥੇ ਇੱਕ ਅਸੀਂ ਇੰਸਟੀਚਿਊਟ ਟਾਈਪ ਬਣਾਇਆ ਜਾਵੇ, ਜਿੱਥੇ ਸਾਡੇ ਹੁਣ ਜਿਹੜੇ ਰੂਰਲ ਬੱਚੇ ਹੈ ਉਹ ਇੱਥੇ ਆ ਕੇ ਟ੍ਰੇਨਿੰਗ ਲੈਣ, ਸਕਿੱਲ ਡਿਵੈਲਪਮੈਂਟ, ਐਂਟਰਪ੍ਰੀਨਰਸ਼ਿਪ ਡਿਵੈਲਪਮੈਂਟ, ਆਪਣੇ ਪੈਰਾਂ 'ਤੇ ਖੜੇ ਹੋਣ। ਉਸ ਤਰ੍ਹਾਂ ਦਾ ਅਸੀਂ ਇੱਕ ਹਾਲ ਬਣਾਇਆ ਥੱਲੇ, ਤਾਂ ਕਿ ਉਹਦੇ ਵਿੱਚ ਅਸੀਂ ਟ੍ਰੇਨਿੰਗ ਪ੍ਰੋਗਰਾਮਸ ਇੱਥੇ ਸ਼ੁਰੂ ਕਰਾਵਾਂਗੇ। ਦੂਸਰਾ ਜਿਹੜਾ ਹੈ ਮੇਰਾ ਹਮੇਸ਼ਾ ਹੀ ਰਿਹਾ ਕਿਸਾਨਾਂ ਦੇ ਨਾਲ ਤਾਂ ਬਹੁਤ ਖੁਸ਼ੀ ਹੁੰਦੀ ਹੈ। ਹੁਣ ਇੱਥੇ ਅਸੀਂ ਥੋੜ੍ਹਾ ਜਿਹਾ ਇਸ ਏਰੀਆ ਦੇ ਵਿੱਚ ਇਹ ਜਿੰਨੀਆਂ ਹੁਣ ਫਸਲਾਂ ਲੱਗੀਆਂ ਇਹਦਾ ਬੀ ਕਰ ਲੈਂਦੇ ਹਾਂ। ਲੋਕ ਮੈਨੂੰ ਜਾਣਦੇ ਆ, ਪੰਜਾਬ ਤੋਂ ਬਹੁਤ ਆਉਂਦੇ ਆ,
ਉਹ ਅਸੀਂ 5-5 10-10 ਕਿਲੋ ਪੈਕ ਕਰਕੇ ਉਹ ਲੈ ਜਾਂਦੇ ਸੀ। ਪਰ ਉਹ ਫਿਰ ਜਦੋਂ ਨਹੀਂ ਸਾਡੇ ਕੋਲੇ ਖਤਮ ਹੋ ਜਾਂਦਾ ਸੀ ਉਹ ਫਿਰ ਨਿਰਾਸ਼ ਜਾਂਦੇ ਸੀ, ਮੈਨੂੰ ਚੰਗਾ ਨਹੀਂ ਲੱਗਿਆ। ਫਿਰ ਮੈਂ ਉਹ ਹੁਣ ਪ੍ਰੋਸੈਸਿੰਗ ਪਲਾਂਟ ਸੀਡ ਦਾ ਹਾਂਜੀ ਲਾਇਆ। ਹਾਂ, ਉਹ ਸੀਡ ਦਾ ਪਲਾਂਟ ਲਾਇਆ ਹੈ ਵੀ ਲੋਕਾਂ ਦੀ ਹੈਲਪ ਹੋ ਸਕੇ, ਨਹੀਂ ਉਹਨਾਂ ਨੂੰ ਬੀਜ ਚੰਗਾ ਮਿਲ ਜਾਏ, ਬੀਜ ਚੰਗਾ ਮਿਲ ਜਾਏ। ਤੁਸੀਂ ਦੇਖੋ ਨਾ, ਇਹ ਜਿਹੜਾ ਇਤਕੀ ਮੈਂ ਇੱਥੇ ਆਪਣੇ ਅੱਜ ਸਾਡੇ ਇਸ ਹਾਲ ਦੇ ਵਿੱਚ ਆਪਣੇ ਦੇਸ਼ ਦੀ ਜੋ ਬੈਸਟ ਸਭ ਤੋਂ ਵਧੀਆ ਕਣਕ ਦੀ ਕਿਸਮ ਹੈ ਉਹਦਾ ਬੀਜ ਇੱਥੇ ਪਿਆ ਹੈ। ਚਾਹੇ ਉਹ ਸਾਡੇ DWR ਹੈ ਇੱਥੇ ਇੰਸਟੀਚਿਊਟ, ਉਹਨਾਂ ਦੀ 327 ਹੈ, DBW ਉਹਨਾਂ ਦੀ 332 ਹੈ, ਉਹਨਾਂ ਨੇ ਹੁਣ 370 371 372 ਲੁਧਿਆਣਾ ਯੂਨੀਵਰਸਿਟੀ ਨੇ ਕੱਢੀ 826 ਨੰਬਰ, ਉਹਦਾ ਬੀ ਵੀ ਹੈ ਸਾਡੇ ਕੋਲ। ਫਿਰ ਇੰਦੌਰ ਸੈਂਟਰ ਆ ਸਾਡੇ IRI ਦਾ ਪੂਸਾ ਦਾ, ਉਹਨਾਂ ਨੇ ਪਹਿਲਾਂ 1620 ਕੱਢੀ ਸੀ, ਉਹ 1653 1654 ਉਹ ਵੀ ਮਤਲਬ ਅਸੀਂ ਇਤਕੀ ਥੋੜ੍ਹਾ ਬੀ ਉਹਦਾ ਤਿਆਰ ਕੀਤਾ ਹੈ। ਆਈਡੀਆ ਇਹੀ ਹੈ ਵੀ ਕਿਸਾਨਾਂ ਨੂੰ ਇੱਕ ਵਾਜਬ ਰੇਟ 'ਤੇ, ਮੇਰਾ ਜਿਵੇਂ ਹੁਣ ਸਾਡੇ ਇੱਥੇ ਸੰਸਥਾਨ ਹੈਗੇ, ਅਗਰ ਉਹਨਾਂ ਨੇ 50 ਰੁਪਏ ਕਿਲੋ ਉਹ ਦੇ ਰਹੇ ਹੈ, ਉਹ ਤਾਂ ਗੌਰਮੈਂਟ ਹੈ, ਮੈਂ ਜ਼ਿਆਦਾ ਤੋਂ ਜ਼ਿਆਦਾ ਉਸੇ ਬੀ ਦਾ 60 ਰੁਪਏ ਰੱਖ ਲੈਣਾ ਵੀ ਚਲੋ ਮੇਰਾ ਜਾਂ 60-65 ਰੱਖ ਲੈਂਦਾ, ਇਦੋਂ ਐਂ ਨਹੀਂ ਵੀ 300 ਜਾਂ 400। ਹਾਂ, ਕੋਈ ਨਵਾਂ ਵੀ ਹੈ ਬਹੁਤ ਥੋੜ੍ਹਾ ਹੈ, ਉਹ ਕਿਸਾਨ 5-7 ਕਿਲੋ ਲੈ ਜਾਂਦੇ, ਉਹ ਥੋੜ੍ਹਾ ਜਿਹਾ ਰੇਟ ਵੀ ਲੈ ਲੈਂਦੇ ਆ, ਉਹਦੇ ਨਾਲ ਕੀ ਹੈ ਸਾਡਾ ਖਰਚਾ ਨਿਕਲਦਾ ਰਹਿੰਦਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਆਪਾਂ ਡਾਕਟਰ ਸਾਹਿਬ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ, ਅਜੇ ਤੁਹਾਨੂੰ ਪ੍ਰੋਸੈਸ ਵੀ ਦਿਖਾਵਾਂਗੇ ਨੈਕਸਟ ਐਪੀਸੋਡ ਦੇ ਵਿੱਚ। ਇਹਨਾਂ ਦੀ ਜਿਹੜੀ ਖੇਤੀ ਕਰਨ ਦਾ ਤਰੀਕਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ, ਕਿਉਂਕਿ ਫਾਰਮ 'ਤੇ ਹਰ ਚੀਜ਼ ਇਹਨਾਂ ਨੇ ਉਗਾਈ ਹੋਈ ਆ, ਕਿੱਦਾਂ ਇਹਨਾਂ ਨੇ ਤਿਆਰ ਕੀਤੀ, ਇਹ ਬੜੀ ਇੰਟਰਸਟਿੰਗ ਹੈ। ਇੱਥੇ ਪਲਾਂਟ ਲਾਇਆ ਹੋਇਆ, ਔਰ GS ਫਾਰਮ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ। ਡਾਕਟਰ ਸਾਹਿਬ ਕੋਲੋਂ ਹਰ ਤਰ੍ਹਾਂ ਦੀ ਸਲਾਹ ਲੈ ਸਕਦੇ ਹੋ, ਫ੍ਰੀ 'ਚ ਦਿੰਦੇ ਸਲਾਹ। ਡਾਕਟਰ ਸਾਹਿਬ ਫ੍ਰੀ ਸਲਾਹ ਦਿੰਦੇ ਹੋ ਨਾ? ਬਿਲਕੁਲ, ਸਲਾਹ ਦਾ ਮੈਂ ਕੋਈ ਪੈਸਾ ਨਹੀਂ ਲੈਂਦਾ। ਦੇਖੋ ਜੀ, ਮੈਂ ਇੱਕ ਚੀਜ਼ ਦੱਸਾਂ, ਵਕੀਲ ਦੀ ਵੀ ਫੀਸ ਹੁੰਦੀ ਆ, ਡਾਕਟਰ ਦੀ ਵੀ ਫੀਸ ਹੁੰਦੀ ਆ। ਇਹ ਸਾਇੰਟਿਸਟ ਹੋ ਕੇ ਆਮ ਲੋਕਾਂ ਦੇ ਵਿੱਚ ਆਮ ਕਿਸਾਨ ਬਣ ਕੇ ਉਹਨਾਂ ਕੋਲ ਕੋਈ ਫੀਸ ਨਹੀਂ ਲੈਂਦੇ, ਉਹਨਾਂ ਨੂੰ ਸਗਾਂ ਘੱਟ ਰੇਟ ਤੇ ਬੀਜ ਪ੍ਰੋਵਾਈਡ ਕਰਵਾਉਂਦੇ ਆ। ਇੱਥੇ ਹਰ ਚੀਜ਼, ਹਰ ਪੜ੍ਹਾਈ ਵੀ ਹੋਇਆ ਕਰੇਗੀ, ਥੋੜੇ ਟਾਈਮ ਤੱਕ ਇਹਨਾਂ ਨੇ ਪੜ੍ਹਾਉਣਾ ਵੀ ਸਟਾਰਟ ਕਰ ਦੇਣਾ। ਹਾਂਜੀ, ਇੱਕ ਗੱਲ ਮੈਂ ਹੋਰ, ਹਾਂਜੀ ਹੁਣ ਕੀ ਹੈ, ਮੇਰੇ ਕੋਲ ਯੂਨੀਵਰਸਿਟੀਆਂ ਦੇ ਬੱਚੇ ਬਹੁਤ ਆਉਂਦੇ ਆ। ਅੱਛਾ ਜੀ, ਆਪਣੇ 3 ਮਹੀਨੇ 2 ਮਹੀਨੇ ਵਿਜ਼ਿਟ ਕਰਦੇ? ਨਹੀਂ, ਉਹ ਇੱਥੇ ਰਹਿ ਕੇ ਮਤਲਬ ਰਿਸਰਚ ਕਰਦੇ ਆ ਆਪਣੀ ਉਹ ਥੀਸਿਸ ਦੇ ਲਈ। ਤੁਸੀਂ ਹੈਰਾਨ ਹੋਵੋਗੇ, ਅਸੀਂ 5000 ਰੁਪਈਆ ਮਹੀਨਾ ਉਹਨਾਂ ਤੋਂ ਲੈਂਦੇ ਆ, ਜਦੋਂ ਸਿਰਫ ਕਿਉਂਕਿ ਨਰਸਰੀ ਦੇ ਅੱਜ ਸਕੂਲਾਂ 'ਚ ਵੀ ਫੀਸ ਇੰਨੀ ਮੈਨੂੰ ਉਹ ਵੀ ਇਸ ਕਰਕੇ ਬੇਟਾ ਲੈਂਦੇ ਆ। ਸਾਡੀ ਲੈਬੋਰਟਰੀ ਯੂਜ਼ ਕਰਦੇ ਆ, ਕੋਈ ਗਲਾਸ ਟੁੱਟ ਗਿਆ, ਕੁਛ ਉਹ ਹੋ ਗਿਆ, ਬਸ ਹੋਰ ਕੁਛ ਨਹੀਂ। ਅਸੀਂ ਚਾਹ ਵਗੈਰਾ ਸਭ ਇੱਥੇ ਸਾਡੇ ਕੋਲੋਂ ਇਹ ਹੈ ਵੀ ਉਹ ਫ੍ਰੀ ਹੈ, ਕੋਈ ਅਸੀਂ ਉਹ ਕਮਰਸ਼ੀਅਲ ਦਾ ਕੰਮ ਨਹੀਂ ਹੈ। ਹੁਣ ਇੱਕ ਇਹ ਹੈ ਵੀ ਅਸੀਂ ਆਉਣ ਵਾਲੇ ਅਗਲੇ ਮਹੀਨੇ ਤੱਕ ਇਹਨੂੰ ਇੱਕ ਐਗਰੋ ਟੂਰਿਜ਼ਮ, ਐਗਰੀਕਲਚਰ ਟੂਰਿਜ਼ਮ ਦਾ, ਐਗਰੋ ਇਕੋ ਟੂਰਿਜ਼ਮ ਦਾ ਸੈਂਟਰ ਬਣਾ ਰਹੇ ਹਾਂ। ਫਿਰ ਅਸੀਂ ਸਾਰੇ ਅਮਰੀਕਾ ਕੈਨੇਡਾ ਤੋਂ ਵੀ ਅੰਦਰ ਨੇ। ਹਾਂ, ਬਹੁਤ ਮੇਰੇ ਆਪਣੇ ਹੁਣ ਦੇਖੋ, ਜਦੋਂ ਆਪਾਂ ਹਰ ਵਾਰੀ ਫਾਊਂਡੇਸ਼ਨ ਡੇ ਮਨਾਉਂਦੇ ਹਾਂ, ਡਾਕਟਰ ਗੁਰਦੇਵ ਖੁਸ਼ 2-3 ਵਾਰੀ, ਹਾਂ USA ਤੋਂ ਡਾਕਟਰ ਰਮੇਸ਼ ਕਨਵਰ, ਡਾਕਟਰ ਪੜੌਦਾ ਸਾਹਿਬ, ਅੱਜ ਕੱਲ੍ਹ ਸਵਾਮੀਨਾਥਨ ਤੋਂ ਬਾਅਦ ਉਹਨਾਂ ਦਾ ਹੀ ਨਾਂ ਹੈ, ਸਵਾਮੀਨਾਥਨ ਸਾਹਿਬ ਤੋਂ ਚੱਲ ਫਿਰ ਨਹੀਂ ਸਕਦੇ। ਹੋਰ ਬੜੇ ਜਿੰਨੇ ਵੀ ਵਾਈਸ ਚਾਂਸਲਰਸ ਹੈ, ਡਾਇਰੈਕਟਰਸ ਹੈ, ਉਹ ਆਉਂਦੇ ਹੀ ਰਹਿੰਦੇ ਆ। ਫਿਰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨਾਲ। ਹੁਣ ਆਪਾਂ ਐਪੀਸੋਡ ਅੱਗੇ ਵੀ ਬਣਾਉਣੇ ਆ, ਕਿਉਂਕਿ ਬਹੁਤ ਗੱਲਾਂ ਨੇ, ਮੈਂ ਕਹਿੰਦਾ ਮੁੱਕਦੀਆਂ ਨਹੀਂ, ਜਿਹਨੇ ਸਾਰਾ ਦਿਨ ਲੱਗੇ ਰਹੀਏ। ਕਿਉਂਕਿ ਜਿਹੜੇ ਵਿਊਵਰਸ ਨੇ ਉਹਨਾਂ ਲਈ ਆਪਾਂ ਇਨਫੋਰਮੇਸ਼ਨ ਥੋੜ੍ਹੇ ਟਾਈਮ 'ਚ ਜ਼ਿਆਦਾ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਆ। ਪਹਿਲਾ ਐਪੀਸੋਡ ਹੈ, ਇਸ ਤੋਂ ਬਾਅਦ ਅਗਲੇ ਐਪੀਸੋਡ ਦੇ ਡਾਕਟਰ ਸਾਹਿਬ ਨਾਲ ਆਪਾਂ ਮਿਲਾਂਗੇ, ਉਹਨਾਂ ਦੀ ਖੇਤੀ ਬਾਰੇ ਜਾਣਾਂਗੇ ਔਰ ਸਾਰਾ ਕੁਝ ਵਿਊ ਦਿਖਾਵਾਂਗੇ। ਤੁਹਾਨੂੰ ਦਿਖਾਇਆ ਇਹ ਬੰਜਰ ਜ਼ਮੀਨ ਨੂੰ ਉਪਜਾਊ ਬਣਾਤਾ, ਔਰ ਤੁਸੀਂ ਵੀ ਆਪਣੀ ਖੇਤੀ ਨੂੰ ਲਾਹੇਵੰਦ ਬਣਾ ਸਕਦੇ ਹੋ। ਜਿਹੜੇ ਕਿਸਾਨ ਅੱਜ ਕੱਲ੍ਹ ਮਜਬੂਰ ਜਾਂ ਪਰੇਸ਼ਾਨ ਨੇ, ਉਹ ਉਹਨਾਂ ਕੋਲ ਵਿਜ਼ਿਟ ਕਰਕੇ ਆਪਣੀ ਜ਼ਿੰਦਗੀ ਦਾ ਜ਼ਿੰਦਗੀ ਬਦਲ ਸਕਦੇ ਹੋ, ਆਪਣੀ ਜ਼ਮੀਨ ਵੀ ਬਦਲ ਸਕਦੇ ਆ। ਜੁੜੇ ਰਹੋ ਇਸ ਪੇਜ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਜੋ ਦੱਸਣ ਲੱਗਿਆ ਬੇਟਾ, ਸਾਡੇ ਜਿਹੜੀ ਦਾਲਾਂ ਸੀ, ਮੈਨੂੰ ਇੱਕੋ ਹੀ ਕਿਹਾ ਗਿਆ ਕਿ ਵੀ ਆਪ ਨਵੇਂ ਕਮਿਸ਼ਨਰ ਆਏ ਹੈ, ਬਈ ਦਾਲਾਂ ਦੇਸ਼ ਦੇ ਵਿੱਚ ਬੜੀ ਕਮੀ ਹੈ, ਇਹਦਾ ਕੀ ਕਰਨਾ ਚਾਹੀਦਾ। ਮੈਂ ਕਿਹਾ ਜੀ ਕੋਈ ਨਹੀਂ। ਉਦੋਂ ਨਾ ਅਸੀਂ 14.4 ਮਿਲੀਅਨ ਟਨ ਤੇ ਸਾਡੀ ਕਦੇ ਨਹੀਂ ਸੀ ਵਧਿਆ, ਇੰਡੀਪੈਂਡੈਂਸ ਤੋਂ ਲੈ ਕੇ ਨਾ, ਬਸ ਇਹਦੇ ਤੇ ਮੈਕਸਿਮਮ ਇੰਨਾ ਹੀ ਸੀਗਾ। ਮੈਂ ਮੇਰੇ ਨਾਲ ਬਹੁਤ ਅੱਛੀ ਟੀਮ, ਬੜੀ ਅੱਛੀ ਸੀ। ਮੁਕੇਸ਼ ਖੁੱਲਰ ਹੁੰਦੇ ਸੀ, ਦੈਨ ਹੋਰ ਬਹੁਤ ਮਤਲਬ ਉਹ ਲੜਕੀ ਮੇਰੇ ਨਾਲ ਡਾਇਰੈਕਟਰ ਹੁੰਦੀ ਸੀ, ਨੀਰਜਾ, ਜਦੋਂ ਮੈਂ ਕਮਿਸ਼ਨਰ ਸੀਗਾ। ਉਹ ਸਾਰਾ ਉਹ ਹੁਣ ਅੱਜ ਕੱਲ੍ਹ ਕੁੜੀ ਸ਼ਾਇਦ ਸੈਕਟਰੀ ਬਣ ਗਏ ਉਹਨਾਂ 'ਚੋਂ ਕਈ, ਸੈਂਟਰਲ ਗੌਰਮੈਂਟ ਦੇ ਵਿੱਚ ਵੀ, ਉਹ ਜਿਹੜੇ ਅਸੀਂ ਇਕੱਠੇ ਕੰਮ ਕਰਦੇ ਸੀ। ਅਸੀਂ ਰਲ ਕੇ, ਬਾਸੂ ਸਾਹਿਬ ਦੀ ਗਾਈਡੈਂਸ ਸੀਗੀ, ਸ਼ਰਦ ਪਵਾਰ ਸਾਹਿਬ ਦਾ ਆਸ਼ੀਰਵਾਦ ਕਹਿ ਲਓ, ਜਾਂ ਉਹਨਾਂ ਦੀ
ਇੱਕ ਤਾਂ ਮੈਨੂੰ ਨਾ ਸਭ ਤੋਂ ਵੱਡੀ ਗੱਲ ਸੀਗੀ, ਜਦੋਂ ਮੈਂ ਕਮਿਸ਼ਨਰ ਸੀ ਇਹੀ ਲੋਕਾਂ ਨੂੰ ਸੀ ਦਿੱਲੀ ਦੇ ਵਿੱਚ, ਜਿਹੜਾ ਵੀ ਕਿਸੇ ਨੇ ਆਉਣਾ ਉਹ ਮੇਰੇ ਨਾਲ ਮਾ ਕੋਲੇ ਉਹ ਭੇਜ ਦੇਣਾ, ਮਤਲਬ ਜਿਵੇਂ ਵੀ ਨਾ, ਚਾਹੇ ਉਹ ਕਿਤੇ ਵੀ ਆਏ ਵੀ ਗੁਰਬਚਨ ਨਾਲ ਗੱਲ ਕਰ ਲਓ। ਅਸੀਂ 60,000 ਪਿੰਡ, 60,000 7 ਸੂਬਿਆਂ ਦੇ ਵਿੱਚ ਜਿਹੜੇ ਪਲਸਸ ਦਾਲਾਂ ਦੇ ਲਈ ਠੀਕ ਸੀਗੇ ਉਹ ਬਣਾਏ। ਸਾਡੇ ਜਿੰਨੇ ਵਿਗਿਆਨਕ ਸੀ ICR ਦੇ, ਯੂਨੀਵਰਸਿਟੀ ਦੇ, ਔਰ ਸਾਡਾ ਜਿਹੜੀ ਮਿਨਿਸਟਰੀ ਸੀ, ਇਹਨਾਂ ਸਾਰਿਆਂ ਨੂੰ ਮੈਂ ਇੱਕ ਪਲੇਟਫਾਰਮ ਤੇ ਇਕੱਠਾ ਕਰਤਾ, ਅਲਾਟ ਕਰਤਾ ਵੀ ਇਹ 10 ਪਿੰਡ ਤੂੰ ਦੇਖਣੇ ਆ, 10 ਪਿੰਡ ਤੂੰ ਕਰਨ। ਔਰ ਜਿੰਨੀ ਸਾਡੀ ਵਧੀਆ ਟੈਕਨੋਲੋਜੀ ਸੀ ਉਹਨਾਂ ਨੂੰ ਅਸੀਂ ਇੱਕ ਬੈਗ ਦੇ ਵਿੱਚ ਪੈਕ 'ਚ ਪਾ ਕੇ ਕਿਸਾਨਾਂ ਤੱਕ ਪਹੁੰਚਾਇਆ। ਪਰਮਾਤਮਾ ਦੀ ਕਿਰਪਾ ਹੋਈ। ਮੈਂ ਬਾਹਰ ਹੀ ਰਹਿੰਦਾ ਸੀ, ਕ੍ਰਿਸ਼ੀ ਭਵਨ ਮੈਂ ਬਹੁਤ ਘੱਟ ਬਹਿੰਦਾ ਸੀ, ਮੇਰੀ ਰਿਪੋਰਟਾਂ 'ਚ ਵੀ ਲਿਖਿਆ। ਔਰ ਇਹ ਹੋਇਆ ਕਿ ਜਦੋਂ ਅਸੀਂ ਇਹ ਭੇਜਤਾ 16.5 ਮਿਲੀਅਨ, ਵੀ 2 ਮਿਲੀਅਨ 20 ਲੱਖ ਟਨ ਅਸੀਂ ਇੱਕ ਸਾਲ 'ਚ ਵਧਾਵਾਂਗੇ। ਅੱਛਾ ਜੀ। ਉਦੋਂ ਕਸਤੂਰੀ ਰੰਗਨ ਜੀ ਸੀਗੇ ਸਾਡੇ ਪਲੈਨਿੰਗ ਕਮਿਸ਼ਨ ਦੇ, ਜਿਹੜਾ ਨੀਤੀ ਆਯੋਗ ਹੈ, ਉਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਕੈਸੇ ਹੋ ਜਾਏਗਾ, ਅੱਜ ਤੱਕ ਨਹੀਂ ਹੋਇਆ, ਇਹ ਤੁਸੀਂ 20 ਲੱਖ ਕਿਵੇਂ ਵਧਾ ਦਿਓਗੇ। ਉਹ ਮੈਨੂੰ ਬੁਲਾਇਆ ਗਿਆ। ਕਿਹੜੇ ਸਾਲ ਦੀ ਗੱਲ ਹੈ ਜੀ ਇਹ 2010-11 ਦੀ ਗੱਲ ਹੈ। ਮੈਨੂੰ ਬੁਲਾਇਆ ਗਿਆ ਸੈਕਟਰੀ ਸਾਹਿਬ ਨੇ। ਮੈਂ ਕਿਹਾ ਜੀ ਕੋਈ ਨਹੀਂ, ਆਪਾਂ ਦੇਤਾ, ਟਾਰਗੇਟ ਹੀ ਦਿੱਤਾ ਨਾ, ਜੇ ਨਹੀਂ ਹੋਊਗਾ ਆਪਾਂ ਕਹਿ ਦਿਆਂਗੇ ਜੀ ਅਸੀਂ ਕੋਸ਼ਿਸ਼ ਕੀਤੀ, ਨਹੀਂ ਹੋਇਆ ਕਿ ਮਤਲਬ ਪਿੰਡ ਜਾ ਕੇ ਮੋਨੀਟਰਿੰਗ ਕੀਤੀ ਹਰ ਜਗ੍ਹਾ ਤੇ। ਇਹਨਾਂ ਨੇ ਐਡਮਿਨਿਸਟ੍ਰੇਸ਼ਨ ਵਾਲ ਉਹਨਾਂ ਦਿਨਾਂ ਦੇ ਵਿੱਚ DC ਲੋਕ ਵਗੈਰਾ ਸਭ ਜਿੰਨੇ ਵੀ ਹੁੰਦੇ ਸੀ ਬੜੀ ਹੈਲਪ ਕਰਦੇ ਸੀਗੇ। ਰੱਬ ਦੀ ਕੁਦਰਤ ਇਹ ਹੋਈ ਕਿ 35 ਲੱਖ ਟਨ ਦਾਲਾਂ ਵੱਧ ਗਈਆਂ, 14.4 ਤੋਂ ਜਾ ਕੇ 18.3 ਕੇ 18.4 ਤੇ ਪਹੁੰਚ ਗਏ। ਇਹ ਤਾਂ ਡਾਂਕਾ ਵੱਜ ਗਿਆ ਸਾਰੇ, ਮਤਲਬ ਕਿ ਵੀ ਐਸਾ ਕੀ ਹੋਇਆ। ਪਰ ਇਹ ਸੀਗੀ ਪਰਮਾਤਮਾ ਦਾ ਮਿਹਨਤ ਹਰ ਕੋਈ ਕਰਦੇ ਆ, ਪਰ ਪਰਮਾਤਮਾ ਨੇ ਮੈਨੂੰ ਕ੍ਰੈਡਿਟ ਦਿਵਾਉਣਾ ਸੀ। ਹੁਣ ਤਾਂ ਲੋਕ ਇਹ ਦੇਖਦੇ ਆ ਵੀ ਇਹ ਬੰਦਾ ਉਹ ਹੈ ਜਿਹਨੇ ਦੇਸ਼ ਨੂੰ ਆਲਮੋਸਟ ਨਿਰਭਰ ਕਰਤਾ ਸੀ ਦਾਲਾਂ ਦੇ ਵਿੱਚ। ਤਾਂ ਉਹ ਬੜੀ ਅੱਛਾ, ਉਹਦਾ ਮੇਰੇ ਫਿਰ ਸੈਕਟਰੀ ਨੇ ਇੱਕ ਮੇਰੀ ਚਿੱਠੀ ਲਿਖੀ ਮੇਰੀ ਘਰ ਵਾਲੀ ਨੂੰ। ਅੱਛਾ ਜੀ। ਬਹੁਤ ਘੱਟ ਹੁੰਦਾ IAS ਲੋਕ, ਉਹਦੇ 'ਚ ਇਹ ਲਿਖਿਆ, ਮੈਂ ਕਦੇ ਇੱਥੇ ਹੈ ਵੀ ਉਹ ਚਿੱਠੀ, ਉਹ ਲਿਖਿਆ ਸੀ ਕਿ ਵੀ ਹਰਜੀਤ ਜੀ ਮੈਨੂੰ ਪਤਾ ਕਿ ਬਈ ਤੁਸੀਂ ਲੋਕਾਂ ਨੇ ਬਹੁਤ ਸਫ਼ਰ ਕੀਤਾ ਹੋਣਾ, ਕਿਉਂਕਿ ਗੁਰਬਚਨ ਤਾਂ ਸੌਂਦਾ ਹੀ ਨਹੀਂ, ਇਹ ਤਾਂ ਸਾਰਾ ਮਤਲਬ ਦਿਨ ਰਾਤ ਇਹਨੇ ਕੀਤਾ ਹੋਇਆ ਸੀ ਵੀ ਸਾਡੇ ਲਈ ਜਿਹੜਾ ਦੇਸ਼ ਹੈ ਸਾਡੇ ਆਪਦੇ ਨਾਲੋਂ ਉੱਤੇ ਹੈ, ਬੱਚਿਆਂ ਦੀ ਪੜ੍ਹਾਈ ਸਫਰ ਹੋਣੀ ਹੈ। ਪਰ ਮੈਂ ਤੁਹਾਨੂੰ ਧੰਨਵਾਦ ਕਰਦਾ ਵੀ ਤੁਸੀਂ ਉਹਨਾਂ ਨੂੰ ਮਤਲਬ ਦੇਸ਼ ਦੀ ਸੇਵਾ ਲਈ ਸਾਡੇ ਉਹ ਕੰਮ ਕਰਦੇ ਰਹੇ ਅਸੀਂ ਇਕੱਠੇ, ਪਰ ਅਸੀਂ ਆਪਣੇ ਕੰਟਰੀ ਨੂੰ ਡਾਊਨ ਨਹੀਂ ਹੋਣ ਦਿੱਤਾ। ਫਿਰ ਉਹਨਾਂ ਨੇ ਇੱਕ ਕਿਤਾਬ ਲਿਖੀ। ਅੱਛਾ ਜੀ। ਉਹ ਵੀ ਇੱਥੇ ਪਈ ਹੈ ਮੇਰੇ ਕੋਲ, ਉਹਦੇ ਦੇਖਿਓ। ਕਿਤਾਬ ਦੇ ਵਿੱਚ ਅੱਧਾ ਸਫ਼ਾ ਮੇਰੇ ਤੇ ਲਿਖਿਆ ਹੋਇਆ ਵੀ ਜੇ ਭਾਰਤ ਦਾ ਕਮਿਸ਼ਨਰ ਇਹ ਨਾ ਹੁੰਦਾ, ਸਾਡੀ ਜਿਹੜੀ ਫੂਡ ਸਿਕਿਉਰਿਟੀ ਹੈ ਇਹ ਉਹ ਨਹੀਂ ਹੋਣੀ ਸੀ। 11 ਮਿਲੀਅਨ ਟਨ ਇੱਕ ਸਾਲ ਵਧੇ, ਮੈਂ 2 ਸਾਲ ਹੀ ਰਿਹਾ, ਔਰ 14 ਮਿਲੀਅਨ ਟਨ ਅਗਲੇ ਸਾਲ ਵਧੇ। ਮਤਲਬ ਇਹ ਸੀਗਾ ਪਰਮਾਤਮਾ ਦੀ। ਪਰ ਮਿਹਨਤ ਇਹ ਹੁੰਦਾ ਵੀ ਤੁਸੀਂ ਨੀਤ ਸਾਫ਼ ਰੱਖੋ। ਕਿਹੜੇ ਅਵਾਰਡਸ ਮਿਲੇ ਡਾਕਟਰ ਸਾਹਿਬ ਤੁਹਾਨੂੰ? ਮੇਰਾ ਖਿਆਲ ਹੈ ਦੇਸ਼ ਦਾ ਐਸਾ ਕੋਈ ਅਵਾਰਡ ਨਹੀਂ ਹੈ ਜਿਹੜਾ ਲੋਕਾਂ ਨੇ ਮੈਨੂੰ ਰਿਕੋਗਨਾਈਜ਼ ਨਹੀਂ ਕੀਤਾ। ਸਭ ਤੋਂ ਵੱਡਾ ਸਾਡਾ ICR ਦਾ ਜਿਹੜਾ ਅਵਾਰਡ ਹੈ ਉਹ ਰਫੀ ਅਹਿਮਦ ਕਿਡਵਈ ਅਵਾਰਡ ਹੈ। ਇਹ ਨਹੀਂ ਕਿ ਮੈਨੂੰ ਜਦੋਂ ਮੈਂ ਉਹਦੇ ਲਏ ਉਦੋਂ ਮਿਲਿਆ, ਉਦੋਂ ਮੈਂ ਸੀਨੀਅਰ ਸਾਇੰਟਿਸਟ ਹੀ ਇੱਥੇ ਕੰਮ ਕਰਦਾ ਸੀ ਜਦੋਂ ਮੈਨੂੰ ਉਹ ਸਭ ਤੋਂ ਵੱਡਾ ਰਿਸਰਚ ਦਾ ਅਵਾਰਡ ਮਿਲ ਗਿਆ ਸੀ। ਆਮ ਲੋਕਾਂ ਨੂੰ ਤਾਂ ਹੁੰਦਾ ਨਾ, ਕੋਈ ਡਾਇਰੈਕਟਰ ਬਣ ਗਿਆ, ਕੋਈ ਉਦੋਂ ਬਾਅਦ ਤਾਂ ਲੋਕੀ ਵੈਸੇ ਵੀ ਕਈ ਦੇ ਦਿੰਦੇ ਹਨ। ਔਰ ਇੱਕ ਸਾਡੀ ਜਿਹੜੀ ਨੈਸ਼ਨਲ ਅਕੈਡਮੀ ਐਗਰੀਕਲਚਰ ਸਾਇੰਸਸ ਹੈ, ਹਾਂਜੀ, ਉਹਦਾ ਵੀ ਜਿਹੜਾ ਹਾਈਐਸਟ ਅਵਾਰਡਾਂ ਦੇ ਵਿੱਚ ਆਉਂਦਾ ਹੈ। ਪਦਮ ਭੂਸ਼ਣ ਮਿਲਿਆ ਤੁਹਾਨੂੰ? ਨਹੀਂ, ਮੈਂ ਅਜੇ ਮਤਲਬ ਮੈਨੂੰ ਇਹ ਪਦਮ ਕੋਈ ਅਵਾਰਡ ਨਹੀਂ ਮਿਲਿਆ। ਐਗਰੀਕਲਚਰ ਸਭ ਤੋਂ ਵੱਡੇ ਅਵਾਰਡ ਆਪ ਨੂੰ ਮਿਲੇ। ਹਾਂ, ਉਹ ਜਿਹੜੇ ਸਾਡੇ ਐਗਰੀਕਲਚਰ ਦੇਸ਼ ਦੇ ਅਵਾਰਡ ਹੈ, ਹਰੀਓਮ ਆਸ਼ਰਮ ਅਵਾਰਡ ਹੈ, ਚਾਹੇ ਜਿੰਨੀਆਂ ਸਾਡੀਆਂ ਇੰਡੀਆ ਦੀ ਜਿੰਨੀਆਂ ਇੰਸਟੀਚਿਊਟਾਂ, ਇਹਨਾਂ ਦੇ ਜਿਹੜੇ ਹਾਈਐਸਟ ਅਵਾਰਡ ਤਕਰੀਬਨ ਮੇਰਾ ਖਿਆਲ ਹੈ 2 ਦਰਜਨ ਦੇ ਕਰੀਬ ਮੈਨੂੰ ਲੋਕਾਂ ਨੇ ਆਨਰ ਕੀਤਾ ਹੈ। ਇੱਥੇ ਲੱਗੀਆਂ ਵੀ ਫੋਟੋਆਂ, ਮੈਂ ਆਪਾਂ ਨੇ ਮਿਊਜ਼ੀਅਮ, ਆਪਾਂ ਜਿੱਥੇ ਖੜੇ ਹਾਂ ਜਿਸ ਫਾਰਮ ਤੇ ਖੜੇ ਹਾਂ, ਐਡਾ ਵੱਡਾ ਫਾਰਮ ਹੈ ਡਾਕਟਰ, ਇੱਕ ਵਾਰੀ ਕੈਮਰਾ ਘੁਮਾ ਦਿਓ, ਬਹੁਤ ਵੱਡਾ ਫਾਰਮ ਤੁਹਾਨੂੰ ਦਿਖਾ ਰਹੇ ਹਾਂ। ਥੱਲੇ ਪੂਰਾ ਫਾਰਮ ਹੈ ਜਿਹੜਾ ਆਪਾਂ ਨੂੰ ਇਹਦੇ ਦੇਖੋ, ਮਤਲਬ ਕਿ ਪੂਰੇ ਹੋਣ ਵਧੀਆ ਹਰ ਚੀਜ਼, ਹਰ ਫਸਲ ਇੱਥੇ ਹਰ ਤਰ੍ਹਾਂ ਦੀ ਫਸਲ ਇਹਨਾਂ ਨੇ ਬੀਜੀ ਹੋਈ ਆ। ਡਾਕਟਰ ਸਾਹਿਬ, ਇੱਕ ਸਵਾਲ ਸਾਡੇ ਮਨ 'ਚ ਆਉਂਦਾ ਵੀ ਸਾਨੂੰ ਤੁਸੀਂ ਦੱਸਿਆ ਸੀ ਥੋੜ੍ਹਾ ਪਹਿਲਾਂ ਕਿ ਇਹ ਸਾਰੀ ਬੰਜਰ ਜ਼ਮੀਨ ਸੀ, ਬਿਲਕੁਲ ਇਹਦੇ 'ਚ ਉੱਗ ਹੀ ਕੁਛ ਨਹੀਂ ਸਕਦਾ ਹੈ। ਤੁਸੀਂ ਇਹਦੇ ਵਿੱਚ ਹਰ ਚੀਜ਼ ਪੈਦਾ ਕਰਤੀ, ਇਹ ਕਿਵੇਂ ਪੋਸੀਬਲ ਕੀਤਾ ਕਿ
ਬੰਜਰ ਨੂੰ ਉਪਜਾਊ ਬਣਾਤਾ। ਐਸੇ ਹੈ ਜਿਹੜੇ ਦੁਨੀਆ ਦੇ ਬਹੁਤ ਚੰਗੇ ਡਾਕਟਰ ਹੈ ਉਹ ਬੰਦੇ ਨੂੰ ਆਖਰ ਤੱਕ ਨਹੀਂ ਮਰਨ ਦਿੰਦੇ। ਇਹ ਹੁੰਦਾ ਸਭ ਤੋਂ ਪਹਿਲਾਂ ਡਾਇਗਨੋਸਿਸ ਕਹਿੰਦੇ ਆਪਾਂ ਕਿ ਉਹਦਾ ਡਾਇਗਨੋਸ ਹੋਣਾ ਚਾਹੀਦਾ ਹੈ ਹਾਂਜੀ ਬਈ ਇਹਨੂੰ ਮਰਜ਼ ਕੀ ਹੈ, ਫਿਰ ਉਹਦੇ ਤੇ ਟ੍ਰੀਟਮੈਂਟ ਹੋਣਾ ਚਾਹੀਦਾ। ਮੈਂ ਵੀ ਇੱਥੇ ਜਦੋਂ ਰਿਟਾਇਰ ਹੋ ਕੇ ਆਇਆ ਬਹੁਤ ਲੋਕਾਂ ਨੇ ਕਿਹਾ, ਈਵਨ ਰਾਧਾ ਮੋਹਨ ਸਿੰਘ ਜੀ ਉਦੋਂ ਮੰਤਰੀ ਸੀਗੇ, ਉਹਨਾਂ ਨੇ ਮੈਨੂੰ ਬੁਲਾਇਆ ਕਿ ਬਈ ਆਪ ਬਤਾਓ ਕਿਸ ਪੋਸਟ पे ਲੱਗਣਾ ਹੈ। ਉਹਨਾਂ ਨੇ ਪੀਐਸ ਨੂੰ ਬੁਲਾਇਆ, ਪਰ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਸੀ ਕਿ ਸਰ ਬਹੁਤ ਨੌਕਰੀ ਕਰ ਲਈ, ਜਿਹੜੇ ਖੇਤਾਂ 'ਚੋਂ ਮੈਂ ਚੱਲਿਆ ਸੀ ਪਿੰਡੋਂ, ਮੈਂ ਤਾਂ ਫਿਰ ਪਿੰਡ 'ਚ ਜਾਊਂਗਾ ਬਿਲਕੁਲ ਔਰ ਕਿਸਾਨਾਂ ਦੀ ਸੇਵਾ ਕਰਨੀ ਹੈ। ਜਿੰਨਾ ਆਨਰਸ ਮਿਲੀਆਂ ਹੈ ਸਾਰੀਆਂ ਕਿਸਾਨਾਂ ਕਰਕੇ ਮਿਲੀਆਂ ਹੈ ਜਾਂ ਸਾਡੇ ਆਪਦੇ ਕੁਲੀਗਸ ਕਰਕੇ ਮਿਲੀਆਂ, ਬਿਲਕੁਲ ਜੀ। ਔਰ ਉਹਨਾਂ ਨੂੰ ਪੇ ਬੈਕ ਕਰਨ ਦਾ ਟਾਈਮ ਹੈ, ਉਹ ਪੇ ਬੈਕ ਮੈਨੂੰ ਕਰਨਾ ਚਾਹੀਦਾ ਹੈ। ਫਿਰ ਜਿੰਨੇ ਕੁ ਪੈਸੇ ਚੰਗੇ ਮਿਲਦੇ ਆ, ਮੈਂ ਇਹ ਜ਼ਮੀਨ ਖਰੀਦੀ ਜਿਹੜੇ ਪੈਸੇ ਮਿਲੇ, ਹੁਣ ਵੀ ਮੈਂ ਕੋਈ ਮੇਰਾ ਬੈਂਕ ਬੈਲੈਂਸ ਨਹੀਂ ਹੈ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਉਹੀ ਹੋਣਾ 50-60 ਹਜ਼ਾਰ, ਜਿਹੜਾ ਕੋਈ ਜ਼ਿਆਦਾ ਨਹੀਂ ਹੋਣਾ। ਮਤਲਬ ਕਿ ਸਾਰੀ ਪੈਨਸ਼ਨ ਵਗੈਰਾ ਇੱਥੇ ਹੀ? ਨਹੀਂ, ਹੁਣ ਇੱਥੇ ਜਿੰਨੇ ਬੰਦੇ ਲੱਗੇ ਆ, ਹਾਂਜੀ, ਹੁਣ ਮੇਰੀ 1.5 ਲੱਖ ਦੇ ਕਰੀਬ 160 ਮੇਰੀ ਪੈਨਸ਼ਨ ਹੈ, ਉਹ ਸਾਰੀ ਮੈਂ ਇੱਥੇ ਲੇਬਰ ਨੂੰ, ਸਾਡੇ ਟੈਕਨੀਕਲ ਮੇਰੇ ਕੁਲੀਗਸ, ਉਹਨਾਂ 'ਚ ਵੰਡ ਦੇਈਦਾ। ਕੁਛ ਖਰਚਾ ਸਾਡਾ ਇੱਥੇ ਜਿਹੜਾ ਹੋ ਜਾਂਦਾ ਹੈ ਉਹਨੂੰ ਮਤਲਬ ਇੱਥੇ ਹੀ ਅਸੀਂ ਕਰ ਲੈਂਦੇ ਹਾਂ, ਉਹਦੇ ਨਾਲ ਹੀ ਸਾਡੀ ਬਿਲਡਿੰਗ ਬਣ ਜਾਂਦੀ ਹੈ ਥੋੜ੍ਹੀ ਬਹੁਤੀ। ਕੁਛ ਮੇਰੀ ਫੈਮਿਲੀ ਬੜੀ ਸੈਟਲ ਹੈ, ਬੱਚੇ ਮੇਰੇ ਸੈਟਲ। ਮੈਂ ਪਹਿਲਾਂ ਵੀ ਸ਼ਾਇਦ ਮੇਰੀ ਵਾਈਫ ਦੀ ਬਹੁਤ ਕੰਟਰੀਬਿਊਸ਼ਨ ਹੈ ਸਾਡੀ ਫੈਮਿਲੀ ਨੂੰ ਬਣਾਉਣ 'ਚ। ਡਾਕਟਰ ਸਾਹਿਬ ਇੱਥੇ ਕੀ ਤਿਆਰ ਕੀਤਾ ਹੁਣ ਤੁਸੀਂ, ਜਿਹੜਾ ਵੀ ਮੈਂ ਸੁਣਿਆ ਕਿ ਵੀ ਤੁਸੀਂ ਕਿਸਾਨਾਂ ਵਾਸਤੇ ਸਟੱਡੀ ਲਈ? ਪਹਿਲੇ ਮੈਨੂੰ ਨਹੀਂ ਸੀਗਾ, ਇੱਕ ਇਹ ਸੀਗਾ ਵੀ ਇੱਥੇ ਇੱਕ ਅਸੀਂ ਇੰਸਟੀਚਿਊਟ ਟਾਈਪ ਬਣਾਇਆ ਜਾਵੇ ਜਿੱਥੇ ਸਾਡੇ ਹੁਣ ਜਿਹੜੇ ਰੂਰਲ ਬੱਚੇ ਹੈ ਉਹ ਇੱਥੇ ਆ ਕੇ ਟ੍ਰੇਨਿੰਗ ਲੈਣ, ਸਕਿੱਲ ਡਿਵੈਲਪਮੈਂਟ, ਐਂਟਰਪ੍ਰੀਨਰਸ਼ਿਪ ਡਿਵੈਲਪਮੈਂਟ, ਆਪਣੇ ਪੈਰਾਂ ਤੇ ਖੜੇ ਹੋਣ। ਉਸ ਤਰ੍ਹਾਂ ਦਾ ਅਸੀਂ ਇੱਕ ਹਾਲ ਬਣਾਇਆ ਥੱਲੇ, ਤਾਂ ਕਿ ਉਹਦੇ ਵਿੱਚ ਅਸੀਂ ਟ੍ਰੇਨਿੰਗ ਪ੍ਰੋਗਰਾਮਸ ਇੱਥੇ ਸ਼ੁਰੂ ਕਰਾਵਾਂਗੇ। ਦੂਸਰਾ ਜਿਹੜਾ ਹੈ, ਮੇਰਾ ਹਮੇਸ਼ਾ ਹੀ ਰਿਹਾ ਕਿਸਾਨਾਂ ਦੇ ਨਾਲ ਤਾਂ ਬਹੁਤ ਖੁਸ਼ੀ ਹੁੰਦੀ ਹੈ। ਹੁਣ ਇੱਥੇ ਅਸੀਂ ਥੋੜ੍ਹਾ ਜਿਹਾ ਇਸ ਏਰੀਆ ਦੇ ਵਿੱਚ ਇਹ ਜਿੰਨੀਆਂ ਹੁਣ ਫਸਲਾਂ ਲੱਗੀਆਂ ਇਹਦਾ ਬੀ ਕਰ ਲੈਂਦੇ ਹਾਂ। ਲੋਕ ਮੈਨੂੰ ਜਾਣਦੇ ਆ, ਪੰਜਾਬ ਤੋਂ ਬਹੁਤ ਆਉਂਦੇ ਆ, ਉਹ ਅਸੀਂ 5-5 10-10 ਕਿਲੋ ਪੈਕ ਕਰਕੇ ਉਹ ਲੈ ਜਾਂਦੇ ਸੀ। ਪਰ ਉਹ ਫਿਰ ਜਦੋਂ ਨਹੀਂ ਸਾਡੇ ਕੋਲੇ ਖਤਮ ਹੋ ਜਾਂਦਾ ਸੀ, ਉਹ ਫਿਰ ਨਿਰਾਸ਼ ਜਾਂਦੇ ਸੀ, ਮੈਨੂੰ ਚੰਗਾ ਨਹੀਂ ਲੱਗਿਆ। ਫਿਰ ਮੈਂ ਉਹ ਹੁਣ ਪ੍ਰੋਸੈਸਿੰਗ ਪਲਾਂਟ ਸੀਡ ਦਾ ਲਾਇਆ, ਹਾਂ ਉਹ ਸੀਡ ਦਾ ਪਲਾਂਟ ਲਾਇਆ ਹੈ ਵੀ ਲੋਕਾਂ ਦੀ ਹੈਲਪ ਹੋ ਸਕੇ। ਨਹੀਂ, ਉਹਨਾਂ ਨੂੰ ਬੀਜ ਚੰਗਾ ਮਿਲ ਜਾਏ, ਬੀਜ ਚੰਗਾ ਮਿਲ ਜਾਏ। ਤੁਸੀਂ ਦੇਖੋ ਨਾ, ਇਹ ਜਿਹੜਾ ਇਤਕੀ ਮੈਂ ਇੱਥੇ ਆਪਣੇ ਅੱਜ ਸਾਡੇ ਇਸ ਹਾਲ ਦੇ ਵਿੱਚ ਆਪਣੇ ਦੇਸ਼ ਦੀ ਜੋ ਬੈਸਟ ਸਭ ਤੋਂ ਵਧੀਆ ਕਣਕ ਦੀ ਕਿਸਮ ਹੈ ਉਹਦਾ ਬੀਜ ਇੱਥੇ ਪਿਆ ਹੈ। ਚਾਹੇ ਉਹ ਸਾਡੇ DWR ਹੈ ਇੱਥੇ ਇੰਸਟੀਚਿਊਟ, ਉਹਨਾਂ ਦੀ 327 ਹੈ, DBW ਉਹਨਾਂ ਦੀ 332 ਹੈ, ਉਹਨਾਂ ਨੇ ਹੁਣ 370, 371, 372, ਲੁਧਿਆਣਾ ਯੂਨੀਵਰਸਿਟੀ ਨੇ ਕੱਢੀ 826 ਨੰਬਰ, ਉਹਦਾ ਬੀ ਵੀ ਹੈ ਸਾਡੇ ਕੋਲ। ਫਿਰ ਇੰਦੌਰ ਸੈਂਟਰ ਆ ਸਾਡੇ IRI ਦਾ, ਪੂਸਾ ਦਾ, ਉਹਨਾਂ ਨੇ ਪਹਿਲਾਂ 1620 ਕੱਢੀ ਸੀ, ਉਹ 1653, 1654, ਉਹ ਵੀ ਮਤਲਬ ਅਸੀਂ ਇਤਕੀ ਥੋੜ੍ਹਾ ਬੀ ਉਹਦਾ ਤਿਆਰ ਕੀਤਾ ਹੈ। ਆਈਡੀਆ ਇਹੀ ਹੈ ਵੀ ਕਿਸਾਨਾਂ ਨੂੰ ਇੱਕ ਵਾਜਬ ਰੇਟ 'ਤੇ, ਮੇਰਾ ਜਿਵੇਂ ਹੁਣ ਸਾਡੇ ਇੱਥੇ ਸੰਸਥਾਨ ਹੈਗੇ, ਅਗਰ ਉਹਨਾਂ ਨੇ 50 ਰੁਪਏ ਕਿਲੋ ਉਹ ਦੇ ਰਹੇ ਹੈ, ਉਹ ਤਾਂ ਗੌਰਮੈਂਟ ਹੈ, ਮੈਂ ਜ਼ਿਆਦਾ ਤੋਂ ਜ਼ਿਆਦਾ ਉਸੇ ਬੀਜ ਦਾ 60 ਰੁਪਏ ਰੱਖ ਲੈਣਾ ਵੀ ਚਲੋ ਮੇਰਾ, ਜਾਂ 60-65 ਰੱਖ ਲੈਂਦਾ, ਇਦੋਂ ਐਂ ਨਹੀਂ ਵੀ 300 ਜਾਂ 400। ਹਾਂ ਕੋਈ ਨਵਾਂ ਵੀ ਹੈ, ਬਹੁਤ ਥੋੜਾ ਹੈ, ਉਹ ਕਿਸਾਨ 5-7 ਕਿਲੋ ਲੈ ਜਾਂਦੇ, ਉਹ ਥੋੜ੍ਹਾ ਜਿਹਾ ਰੇਟ ਵੀ ਲੈ ਲੈਂਦੇ ਆ। ਉਹਦੇ ਨਾਲ ਕੀ ਹੈ, ਸਾਡਾ ਖਰਚਾ ਨਿਕਲਦਾ ਰਹਿੰਦਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਆਪਾਂ ਡਾਕਟਰ ਸਾਹਿਬ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ। ਅਜੇ ਹੁਣ ਤੁਹਾਨੂੰ ਪ੍ਰੋਸੈਸ ਵੀ ਦਿਖਾਵਾਂਗੇ ਨੈਕਸਟ ਐਪੀਸੋਡ ਦੇ ਵਿੱਚ। ਇਹਨਾਂ ਦੀ ਜਿਹੜੀ ਖੇਤੀ ਕਰਨ ਦਾ ਤਰੀਕਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ, ਕਿਉਂਕਿ ਫਾਰਮ 'ਤੇ ਹਰ ਚੀਜ਼ ਇਹਨਾਂ ਨੇ ਉਗਾਈ ਹੋਈ ਆ, ਕਿੱਦਾਂ ਇਹਨਾਂ ਨੇ ਤਿਆਰ ਕੀਤੀ, ਇਹ ਬੜੀ ਇੰਟਰਸਟਿੰਗ ਹੈ। ਇੱਥੇ ਪਲਾਂਟ ਲਾਇਆ ਹੋਇਆ, ਔਰ GS ਫਾਰਮ ਦੇ ਵਿੱਚ ਤੁਸੀਂ ਆ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ। ਡਾਕਟਰ ਸਾਹਿਬ ਕੋਲੋਂ ਹਰ ਤਰ੍ਹਾਂ ਦੀ ਸਲਾਹ ਲੈ ਸਕਦੇ ਹੋ, ਫ੍ਰੀ 'ਚ ਦਿੰਦੇ ਸਲਾਹ। ਡਾਕਟਰ ਸਾਹਿਬ ਫ੍ਰੀ ਸਲਾਹ ਦਿੰਦੇ ਹੋ ਨਾ? ਬਿਲਕੁਲ, ਸਲਾਹ ਦਾ ਮੈਂ ਕੋਈ ਪੈਸਾ ਨਹੀਂ ਲੈਂਦਾ। ਦੇਖੋ ਜੀ, ਮੈਂ ਇੱਕ ਚੀਜ਼ ਦੱਸਾਂ, ਵਕੀਲ ਦੀ ਵੀ ਫੀਸ ਹੁੰਦੀ ਆ, ਡਾਕਟਰ ਦੀ ਵੀ ਫੀਸ ਹੁੰਦੀ ਆ। ਇਹ ਸਾਇੰਟਿਸਟ ਹੋ ਕੇ ਆਮ ਲੋਕਾਂ ਦੇ ਵਿੱਚ ਆਮ ਕਿਸਾਨ ਬਣ ਕੇ ਉਹਨਾਂ ਕੋਲ ਕੋਈ ਫੀਸ ਨਹੀਂ ਲੈਂਦੇ, ਉਹਨਾਂ ਨੂੰ ਸਗਾਂ ਘੱਟ ਰੇਟ ਤੇ ਬੀਜ ਪ੍ਰੋਵਾਈਡ ਕਰਵਾਉਂਦੇ ਆ। ਇੱਥੇ ਹਰ ਚੀਜ਼, ਹਰ ਪੜ੍ਹਾਈ ਵੀ ਹੋਇਆ ਕਰੇਗੀ, ਥੋੜੇ ਟਾਈਮ ਤੱਕ ਇਹਨਾਂ ਨੇ ਪੜ੍ਹਾਉਣਾ ਵੀ ਸਟਾਰਟ ਕਰ ਦੇਣਾ। ਹਾਂਜੀ, ਇੱਕ ਗੱਲ ਮੈਂ ਹੋਰ, ਹਾਂਜੀ ਹੁਣ ਕੀ ਹੈ, ਮੇਰੇ ਕੋਲ ਯੂਨੀਵਰਸਿਟੀਆਂ ਦੇ ਬੱਚੇ ਬਹੁਤ ਆਉਂਦੇ ਆ। ਅੱਛਾ ਜੀ, ਆਪਣੇ 3 ਮਹੀਨੇ 2 ਮਹੀਨੇ ਵਿਜ਼ਿਟ ਕਰਦੇ? ਨਹੀਂ,
ਉਹ ਇੱਥੇ ਰਹਿ ਕੇ ਮਤਲਬ ਰਿਸਰਚ ਕਰਦੇ ਆ ਅੱਛਾ ਜੀ। ਆਪਣੀ ਉਹ ਥੀਸਿਸ ਦੇ ਲਈ। ਤੁਸੀਂ ਹੈਰਾਨ ਹੋਵੋਗੇ, ਹਾਂਜੀ। ਅਸੀਂ 5000 ਰੁਪਈਆ ਮਹੀਨਾ ਉਹਨਾਂ ਤੋਂ ਲੈਂਦੇ ਹਾਂ, ਜਦੋਂ ਸਿਰਫ ਕਿਉਂਕਿ ਨਰਸਰੀ ਦੇ ਅੱਜ ਸਕੂਲਾਂ 'ਚ ਵੀ ਫੀਸ ਇੰਨੀ ਮੈਨੂੰ ਉਹ ਵੀ ਇਸ ਕਰਕੇ ਬੇਟਾ ਲੈਂਦੇ ਆ। ਸਾਡੀ ਲੈਬੋਰਟਰੀ ਯੂਜ਼ ਕਰਦੇ ਆ, ਕੋਈ ਗਲਾਸ ਟੁੱਟ ਗਿਆ, ਕੁਛ ਉਹ ਹੋ ਗਿਆ, ਬਸ ਹੋਰ ਕੁਛ ਨਹੀਂ। ਅਸੀਂ ਚਾਹ ਵਗੈਰਾ ਸਭ ਇੱਥੇ ਸਾਡੇ ਕੋਲੋਂ ਇਹ ਹੈ ਵੀ ਉਹ ਫ੍ਰੀ ਹੈ, ਕੋਈ ਅਸੀਂ ਉਹ ਕਮਰਸ਼ੀਅਲ ਦਾ ਕੰਮ ਨਹੀਂ ਹੈ। ਹੁਣ ਇੱਕ ਇਹ ਹੈ ਵੀ ਅਸੀਂ ਆਉਣ ਵਾਲੇ ਅਗਲੇ ਮਹੀਨੇ ਤੱਕ ਇਹਨੂੰ ਇੱਕ ਐਗਰੋ ਟੂਰਿਜ਼ਮ, ਐਗਰੀਕਲਚਰ ਟੂਰਿਜ਼ਮ ਦਾ, ਐਗਰੋ ਇਕੋ ਟੂਰਿਜ਼ਮ ਦਾ ਸੈਂਟਰ ਬਣਾ ਰਹੇ ਹਾਂ। ਫਿਰ ਅਸੀਂ ਮੈਂ ਸੁਣਿਆ ਅਮਰੀਕਾ ਕੈਨੇਡਾ ਤੋਂ ਵੀ ਅੰਦਰ ਨੇ। ਹਾਂ, ਬਹੁਤ ਮੇਰੇ ਆਪਣੇ ਹੁਣ ਦੇਖੋ, ਜਦੋਂ ਆਪਾਂ ਹਰ ਵਾਰੀ ਫਾਊਂਡੇਸ਼ਨ ਡੇ ਮਨਾਉਂਦੇ ਹਾਂ, ਡਾਕਟਰ ਗੁਰਦੇਵ ਖੁਸ਼ 2-3 ਵਾਰੀ, ਹਾਂ USA ਤੋਂ ਡਾਕਟਰ ਰਮੇਸ਼ ਕਨਵਰ, ਡਾਕਟਰ ਪੜੌਦਾ ਸਾਹਿਬ, ਅੱਜ ਕੱਲ੍ਹ ਸਵਾਮੀਨਾਥਨ ਤੋਂ ਬਾਅਦ ਉਹਨਾਂ ਦਾ ਹੀ ਨਾਂ ਹੈ, ਸਵਾਮੀਨਾਥਨ ਸਾਹਿਬ ਤੋਂ ਚੱਲ ਫਿਰ ਨਹੀਂ ਸਕਦੇ। ਹੋਰ ਬੜੇ ਜਿੰਨੇ ਵੀ ਵਾਈਸ ਚਾਂਸਲਰਸ ਹੈ, ਡਾਇਰੈਕਟਰਸ ਹੈ, ਉਹ ਆਉਂਦੇ ਹੀ ਰਹਿੰਦੇ ਆ। ਫਿਰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨਾਲ। ਹੁਣ ਆਪਾਂ ਐਪੀਸੋਡ ਅੱਗੇ ਵੀ ਬਣਾਉਣੇ ਆ, ਕਿਉਂਕਿ ਬਹੁਤ ਗੱਲਾਂ ਨੇ, ਮੈਂ ਕਹਿੰਦਾ ਮੁੱਕਦੀਆਂ ਨਹੀਂ, ਜਿਹਨੇ ਸਾਰਾ ਦਿਨ ਲੱਗੇ ਰਹੀਏ। ਕਿਉਂਕਿ ਜਿਹੜੇ ਵਿਊਵਰਸ ਨੇ ਉਹਨਾਂ ਲਈ ਆਪਾਂ ਇਨਫੋਰਮੇਸ਼ਨ ਥੋੜ੍ਹੇ ਟਾਈਮ 'ਚ ਜ਼ਿਆਦਾ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਆ। ਪਹਿਲਾ ਐਪੀਸੋਡ ਹੈ। ਇਸ ਤੋਂ ਬਾਅਦ ਅਗਲੇ ਐਪੀਸੋਡ ਦੇ ਡਾਕਟਰ ਸਾਹਿਬ ਨਾਲ ਆਪਾਂ ਮਿਲਾਂਗੇ, ਉਹਨਾਂ ਦੀ ਖੇਤੀ ਬਾਰੇ ਜਾਣਾਂਗੇ ਔਰ ਸਾਰਾ ਕੁਝ ਵਿਊ ਦਿਖਾਵਾਂਗੇ। ਤੁਹਾਨੂੰ ਦਿਖਾਇਆ ਇਹ ਬੰਜਰ ਜ਼ਮੀਨ ਨੂੰ ਉਪਜਾਊ ਬਣਾਤਾ, ਔਰ ਤੁਸੀਂ ਵੀ ਆਪਣੀ ਖੇਤੀ ਨੂੰ ਲਾਹੇਵੰਦ ਬਣਾ ਸਕਦੇ ਹੋ। ਜਿਹੜੇ ਕਿਸਾਨ ਅੱਜ ਕੱਲ੍ਹ ਮਜਬੂਰ ਜਾਂ ਪਰੇਸ਼ਾਨ ਨੇ, ਉਹ ਉਹਨਾਂ ਕੋਲ ਵਿਜ਼ਿਟ ਕਰਕੇ ਆਪਣੀ ਜ਼ਿੰਦਗੀ ਵੀ ਬਦਲ ਸਕਦੇ ਹੋ, ਆਪਣੀ ਜ਼ਮੀਨ ਵੀ ਬਦਲ ਸਕਦੇ ਆ। ਜੁੜੇ ਰਹੋ ਇਸ ਪੇਜ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।